ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਦੋਏ ਕੋਸ ਪਰ ਟਿਕ ਗੁਰੂ ਥਕੇ ਪੰਥ ਪ੍ਰਸਥਾਨ। ਕੀਨ ਭਲੇ ਬਿਸਰਾਮ ਕੋ ਹਵਾਏ ਸੁਚ ਥਿਤ ਤਿਸ ਥਾਨ। ਦੋਏ ਕੋਸ ਪਰ ਟਿਕ ਗੁਰੂ ਥਕੇ ਪੰਥ ਪ੍ਰਸਥਾਨ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋਏ ਹੋ। ਗੁਰਬਾਣੀ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਆਪਾਂ ਸਾਰਿਆਂ ਨੇ ਗੁਰੂ ਜੀ ਦਾ ਜਸ, ਬਹੁਤ ਸਿੱਖਿਆ ਭਰਪੂਰ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਸਰਵਣ ਕਰਨੀ ਹੈ। ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਪ੍ਰਤੱਖ ਹਰ ਪ੍ਰਤੱਖ ਪਰਮੇਸ਼ਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਨ ਦੁਨੀਆ ਨੂੰ ਤਾਰ ਰਹੇ ਹਨ, ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹਨ। ਮਹਾਰਾਜ ਪੋਥੀਆਂ ਸਮੇਤ ਖਡੂਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ ਜੀ। ਬਾਬਾ ਦਾਤੂ ਜੀ ਦੀ ਬਹੁਤ ਲੰਮੇ ਸਮੇਂ ਤੋਂ, ਜਿਵੇਂ ਉਹਨਾਂ ਨੇ ਦੱਸਿਆ, ਗੁਰੂ ਅਮਰਦਾਸ ਸਾਹਿਬ ਜੀ ਦੀ ਬੇਅਦਬੀ ਕਰਨ ਕਰਕੇ ਲੱਤ ਵਿੱਚ ਪੀੜ ਸੀਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ ਪਵਿੱਤਰ ਹੱਥ ਲਾ ਕੇ ਉਹਨਾਂ ਦੀ ਜਿਹੜੀ ਪੀੜ ਸੀ ਉਹ ਸਦਾ ਵਾਸਤੇ ਦੂਰ ਕੀਤੀ ਜੀ। ਬਾਬਾ ਦਾਤੂ ਜੀ ਬਹੁਤ ਪ੍ਰਸੰਨ ਹੋਏ ਨੇ। ਫਿਰ ਮਹਾਰਾਜ ਬਾਬਾ ਦਾਸੂ ਜੀ ਦੇ ਨਾਲ ਮਿਲੇ ਹੈ। ਬਾਬਾ ਦਾਸੂ ਜੀ ਨਾਲ ਵੀ ਮੇਲਾ ਗੇਲਾ ਹੋਇਆ। ਦੋਹੀਂ ਪਾਸੇ ਬੜੀ ਨਿਮਰਤਾ ਦਾ ਮਾਹੌਲ ਹੈ। ਬਹੁਤ ਖੁਸ਼ੀਆਂ ਤੇ ਚਾਅ ਮਨਾਏ ਗਏ ਜੀ।
ਲੰਗਰ ਲੱਗੇ, ਮਹਾਰਾਜ ਰਾਤ ਉੱਥੇ ਹੀ ਰਹੇ ਜੀ। ਤੁਸੀਂ ਸਾਰੀ ਕਥਾ ਸੁਣੀ ਹੈ। ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਪੋਥੀਆਂ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਤੁਰੇ ਹਨ। ਬਾਬਾ ਦਾਤੂ ਜੀ ਮਨ ਵਿੱਚ ਸੋਚਦੇ ਆ ਵੀ ਇੰਨੀ ਵੱਡੀ ਪਦਵੀ ਤੇ ਇੰਨੀ ਜ਼ਿਆਦਾ ਨਿਮਰਤਾ, ਇਹ ਤਾਂ ਆਪ ਰੱਬ ਪਰਮੇਸ਼ਰ ਦਾ ਹੀ ਕੰਮ ਹੈ, ਵਿਅਕਤੀ ਨਹੀਂ ਰੱਖ ਸਕਦਾ ਜੀ। ਥੋੜ੍ਹਾ ਬਹੁਤਾ ਮਾਣ ਤੇ ਹਰ ਇੱਕ ਨੂੰ ਹੁੰਦਾ ਹੈ ਜੀ। ਹਾਂਜੀ, ਐਸਾ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਲਿਖਣ ਵਾਲੇ ਲਿਖਦੇ ਗੁਰਮੁਖ ਪਿਆਰੇ, ਕਹਿੰਦੇ ਇਹੋ ਜਿਹਾ ਕਿਹਦਾ ਜਨਮ ਹੋਇਆ ਸੰਸਾਰ ਵਿੱਚ ਜਿਹਨੂੰ ਪ੍ਰਭਤਾ ਵੀ ਮਿਲੀ ਹੋਵੇ ਤੇ ਉਹਨੂੰ ਨਸ਼ਾ ਨਾ ਹੋਇਆ ਹੋਵੇ ਜੀ। ਨਸ਼ਾ ਤੇ ਹੁੰਦਾ ਹੀ ਹੈ ਜੀ। ਬਾਬਾ ਦਾਤੂ ਜੀ ਵਿਚਾਰ ਕਰਦੇ ਆ, ਇੰਨੀ ਮਹਾਨ ਪਦਵੀ ਦੇ ਮਾਲਕ ਤੇ ਇੰਨੀ ਵੱਧ ਨਿਮਰਤਾ, ਇਹ ਤਾਂ ਧੁਰ ਪਰਮੇਸ਼ਰ ਦੇ ਅਵਤਾਰ ਹਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਪੋਥੀਆਂ ਸਮੇਤ ਆ ਰਹੇ ਨੇ ਅੰਮ੍ਰਿਤਸਰ। ਤੁਸਾਂ ਸੁਣਿਆ ਦੋਹੀਂ ਪਾਸੇ ਚੌਰ ਸਭ ਢੁੱਲ ਰਹੇ ਨੇ ਜੀ, ਦੋਵੇਂ ਪਾਸੇ ਜੀ। ਸਿੱਖ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਰਹੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਨੰਗੇ ਚਰਨ ਸਾਧ ਸੰਗਤ ਜੀ ਪੋਥੀ ਸਾਹਿਬ ਦੇ ਮਗਰ ਤੁਰੇ ਆ ਰਹੇ ਨੇ ਜੀ। ਹੁਣ ਇੱਕ ਗੱਲ ਹੋਰ ਹੈ, ਜੇ ਗੁਰੂ ਅਰਜਨ ਸਾਹਿਬ ਨੇ ਜੋੜਾ ਨਹੀਂ ਪਾਇਆ ਤੇ ਕੁਦਰਤੀ ਹੈ ਬਾਕੀ ਸੰਗਤਾਂ ਨੇ ਵੀ ਜੋੜਾ ਨਹੀਂ ਪਾਇਆ ਹੋਏਗਾ ਜੀ। ਵੇਖੋ ਨਾ ਜੀ, ਮਾਲਕ ਸੱਚੇ ਪਾਤਸ਼ਾਹ ਜੀ ਨੇ ਜੋੜਾ ਨਹੀਂ ਪਾਇਆ ਤੇ ਸੰਗਤ ਕਿਵੇਂ ਜੋੜਾ ਪਾ ਸਕਦੀ ਹੈ ਜੀ। ਗੁਰਬਾਣੀ ਪੜ੍ਹਦੇ, ਸ਼ਬਦ ਗਾਉਂਦੇ, ਸਹਿਜੇ ਸਹਿਜੇ ਪੋਥੀਆਂ ਲੈ ਕੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਰਹੇ ਹਨ ਜੀ। ਅੰਮ੍ਰਿਤਸਰ ਤੋਂ 2 ਕੋ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਰੁਕ ਗਏ ਹਨ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਬਹੁਤ ਜ਼ਿਆਦਾ ਨਿਮਰਤਾ, ਸਿੱਖ ਸੰਗਤਾਂ ਦੇ ਅੰਦਰ ਚਾਅ ਵਧਿਆ ਪਿਆ ਗੁਰੂ ਜੀ ਦੀ ਦੇਖ ਕੇ ਜੀ। ਸਿੱਖ ਸੰਗਤਾਂ ਵਿਚਾਰ ਕਰਦੀਆਂ ਨੇ, ਜੇ ਗੁਰੂ ਸਾਹਿਬ ਇਹਨਾਂ ਪੋਥੀਆਂ ਦਾ ਇੰਨਾ ਸਤਿਕਾਰ ਕਰ ਰਹੇ ਨੇ, ਇਹਦਾ ਮਤਲਬ ਇਹ ਹੈ ਵੀ ਇਹ ਪੋਥੀਆਂ ਬਹੁਤ ਮਹਾਨ ਹਨ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਸਿੱਖੋ ਇਹਨਾਂ ਪੋਥੀਆਂ ਦੇ ਵਿੱਚ ਮਾਨੋ 4 ਗੁਰੂ ਸਾਹਿਬ ਸੁਭਾਏਮਾਨ ਹਨ, ਤੇ ਜਿਨ੍ਹਾਂ ਦੀ ਆਪਾਂ ਹਜ਼ੂਰੀ ਵਿੱਚ ਬੈਠੇ ਇਹਨਾਂ ਵਿੱਚ ਦੱਸੇ ਹੀ ਸੁਭਾਏਮਾਨ ਹਨ। ਪਿਆਰ ਨਾਲ ਆਖੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਪਹੁੰਚ ਰਹੇ ਹਨ ਅੰਮ੍ਰਿਤਸਰ ਵਿੱਚ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਗੱਜ ਕੇ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਵਾਹਿਗੁਰੂ। ਦੋਏ ਕੋਸ ਪਰ ਟਿਕ ਗੁਰੂ, ਥਕੇ ਪੰਥ ਪ੍ਰਸਥਾਨ। ਸਮੇਤ ਸੰਗਤਾਂ ਦੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 2 ਕੋਹ ਦੀ ਦੂਰੀ ਤੇ ਰੁਕ ਗਏ ਨੇ। ਅੰਮ੍ਰਿਤਸਰ ਸਾਹਿਬ ਤੋਂ 2 ਕੋਹ ਪਹਿਲਾਂ ਹੀ ਮਹਾਰਾਜ ਰੁਕ ਗਏ ਹਨ, ਕੁਝ ਸਮਾਂ ਆਰਾਮ ਕਰਨ ਵਾਸਤੇ ਜੀ। ਹਾਂਜੀ। ਕੀਨ ਭਲੇ ਬਿਸਰਾਮ ਕੋ, ਹਵੈ ਸੁਚ ਥਿਤ ਤਿਸ ਥਾਨ। ਉੱਥੇ ਹੀ ਜਲ ਪਾਣੀ ਵੀ ਵਰਤਿਆ ਸਾਰਿਆਂ ਨੇ ਜੀ। ਜਲ ਪਾਣੀ ਵਰਤਿਆ ਤੇ ਫਿਰ ਸੰਗਤਾਂ ਆਰਾਮ ਕਰਨ ਲੱਗ ਪਈਆਂ ਜੀ, ਵੀ ਹੁਣ ਤੇ ਪਹੁੰਚ ਹੀ ਗਏ ਨੇ ਜੀ। ਹਾਂਜੀ। ਚੌਪਈ ਦ੍ਰਿਗ ਮੁੰਦਰਿਤ ਕਰ ਠਾਨਿਓ ਧਿਆਨੂ। ਸੱਚੇ ਪਾਤਸ਼ਾਹ ਜੀ ਨੇ ਨੈਣ ਬੰਦ ਕਰ ਲਏ, ਨੇਤਰ ਬੰਦ ਕਰ ਲਏ, ਇੱਕ ਪਾਸੇ ਇਕਾਂਤ ਵਿੱਚ ਬੈਠ ਕੇ ਧਿਆਨ ਜੋੜ ਲਿਆ ਜੀ ਗੁਰੂ ਅਰਜਨ ਸਾਹਿਬ ਜੀ ਨੇ। ਹਾਂਜੀ। ਬੈਠੇ ਨਿਸ਼ਚਲ ਗਿਆਨ ਧਿਆਨੂ। ਐ ਨਿਸ਼ਚਲ ਹੋ ਕੇ, ਸਰੀਰ ਹਿੱਲ ਨਹੀਂ ਰਿਹਾ, ਮਹਾਰਾਜ ਬੈਠ ਗਏ ਹਨ ਧਿਆਨ ਜੋੜ ਕੇ। ਹਾਂਜੀ। ਸੁਧਾ ਸਰੋਵਰ ਪੁਰ ਸੁਧ ਹੋਈ। ਉਧਰ ਅੰਮ੍ਰਿਤਸਰ ਖਬਰ ਹੋ ਗਈ ਜੀ। ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗ ਗਿਆ। ਗੁਰ ਆਗਮਨ ਸੁਨਿਓ ਸਭ ਕੋਈ। ਸਭਨਾਂ ਨੂੰ ਪਤਾ ਲੱਗ ਗਿਆ
ਪੋਥੀਆਂ ਲੈ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਹੁੰਚ ਗਏ ਨੇ ਤੇ 2 ਕੋਹ ਦੀ ਦੂਰੀ ਤੇ ਨੇ। ਹਾਂਜੀ। ਸ਼੍ਰੀ ਹਰਗੋਬਿੰਦ ਚੰਦ ਆਨੰਦੇ ਹਾਂਜੀ। ਬਦਨ ਸਦਨ ਸ਼ਬ ਖਿਰਿਓ ਬਿਲੰਦੇ। ਜਿਨ੍ਹਾਂ ਦਾ ਮੁਖੜਾ ਹਰ ਸਮੇਂ ਖਿੜਿਆ ਰਹਿੰਦਾ ਹੈ, ਆਨੰਦ ਵਿੱਚ ਰਹਿੰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਾਡੇ ਪਿਤਾ ਸਤਿਗੁਰੂ ਜੀ ਆ ਗਏ ਹਨ। ਹਾਂਜੀ। ਪਾਏ ਕਿਰਨ ਸੁਧ ਪ੍ਰਾਤਮ ਨੰਦਾ ਭਏ ਪ੍ਰਫੁੱਲਿਤ ਦ੍ਰਿਗਦ ਅਰਬਿੰਦਾ। ਤੇ ਸਾਧ ਸੰਗਤ ਜੀ, ਜਿਵੇਂ ਫਿਰ ਸਵੇਰ ਦੀ ਕਿਰਨ ਇੱਕਦਮ ਜਦੋਂ ਪੈਂਦੀ ਹੈ ਨਾ ਸੂਰਜਮੁਖੀ ਤੇ ਉਹ ਖਿੜਦਾ ਹੈ, ਇਸੇ ਤਰ੍ਹਾਂ ਹਰਗੋਬਿੰਦ ਜੀ ਦਾ ਚਿਹਰਾ ਹੋਰ ਖਿੜ ਗਿਆ ਜੀ, ਹੋਰ ਆਨੰਦ ਵਿੱਚ ਉਹ ਵੱਧ ਗਏ ਜੀ। ਹਾਂਜੀ। ਸੁਨ ਸਾਹਿਬ ਬੁੱਢਾ ਹਰ ਖਾਏ। ਤੇ ਗੱਜ ਕੇ ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਸਿੱਖ ਨੇ ਬਾਬਾ ਬੁੱਢਾ ਜੀ ਨੂੰ ਦੱਸਿਆ, ਬਾਬਾ ਜੀ ਗੁਰੂ ਸਾਹਿਬ ਪਹੁੰਚ ਗਏ ਹਨ। ਬਾਬਾ ਜੀ ਵੀ ਬਹੁਤ ਖੁਸ਼ ਹੋਏ ਜੀ। ਹਾਂਜੀ। ਸਿੱਖ ਗੁਰਦਾਸ ਆਦ ਸਮੁਦਾਏ। ਭਾਈ ਗੁਰਦਾਸ ਜੀ ਨੂੰ ਵੀ ਪਤਾ ਲੱਗ ਗਿਆ ਮਹਾਰਾਜ ਸੱਚੇ ਪਾਤਸ਼ਾਹ ਆ ਗਏ ਹਨ। ਸਾਰਿਆਂ ਨੂੰ ਚਾਅ ਚੜ ਗਿਆ। ਔਰ ਵੱਡੀ ਗੱਲ ਇਹ ਹੈ, ਮਹਾਰਾਜ ਪੋਥੀਆਂ ਲੈ ਕੇ ਨਾਲ ਆ ਰਹੇ ਨੇ ਜੀ। ਹਾਂਜੀ। ਜਿਸ ਕਾਰਜ ਗਮਨੇ ਕਰ ਆਏ। ਜਿਸ ਕਾਰਜ ਵਾਸਤੇ ਮਹਾਰਾਜ ਗਏ ਸਨ, ਉਹ ਕਾਰਜ ਮਹਾਰਾਜ ਸੰਪੂਰਨ ਕਰਕੇ ਵਾਪਸ ਆ ਰਹੇ ਹੈ। ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਆਪ ਮਾਲਕ ਨੇ, ਉਹਨਾਂ ਦਾ ਕੰਮ ਕਿਉਂ ਨਹੀਂ ਸੰਪੂਰਨ ਹੋਏਗਾ, ਸਗੋਂ ਉਹਨਾਂ ਦਾ ਨਾਮ ਲੈ ਕੇ ਤੇ ਸੇਵਕਾਂ ਦੇ ਕਾਰਜ ਸੰਪੂਰਨ ਹੁੰਦੇ ਨੇ ਜੀ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਾਤਾ ਜੀ ਨੂੰ, ਮਾਤਾ ਗੰਗਾ ਜੀ ਨੂੰ ਪਤਾ ਲੱਗਾ ਜੀ ਕਿ ਜਿਸ ਕਾਰਜ ਨੂੰ ਕਰਨ ਗਏ ਸਨ ਉਹ ਕਾਰਜ ਸੰਪੂਰਨ ਹੋ ਗਿਆ ਤੇ ਮਹਾਰਾਜ ਆ ਰਹੇ ਹਨ। ਹਾਂਜੀ। ਸੁਨ ਗੰਗਾ ਮਨ ਆਨੰਦ ਪਾਏ। ਬਸ ਫਿਰ ਕੀ ਸੀਗਾ ਜੀ, ਮਾਤਾ ਗੰਗਾ ਜੀ ਨੂੰ ਸੁਣ ਕੇ ਆਨੰਦ ਹੀ ਵੱਧ ਗਏ ਜੀ, ਵੀ ਗੁਰਬਾਣੀ ਦਾ ਖਜ਼ਾਨਾ ਵੀ ਨਾਲ ਲੈ ਕੇ ਆ ਰਹੇ ਹਨ। ਹਾਂਜੀ। ਪੁਸਤਕ ਸਭ ਖਾਸੇ ਪਰ ਲਿਆਵਤ। ਸਾਰੀਆਂ ਪੋਥੀਆਂ ਮਹਾਰਾਜ ਪਾਲਕੀ ਸਾਹਿਬ ਵਿੱਚ ਰੱਖ ਕੇ ਲੈ ਕੇ ਆ ਰਹੇ ਹਨ। ਮਾਤਾ ਜੀ ਨੂੰ ਬਹੁਤ ਖੁਸ਼ੀ ਮਿਲੀ ਜੀ। ਹਾਂਜੀ। ਆਪ ਗੁਰੂ ਪਨਹੀ ਬਿਨ ਆਵਤ। ਸੁਣਾਉਣ ਵਾਲੇ ਨੇ ਦੱਸਿਆ, ਮਾਤਾ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਲਕੀ ਸਾਹਿਬ ਦੇ ਮਗਰ ਨੰਗੇ ਪੈਰ ਤੁਰ ਕੇ ਆ ਰਹੇ ਹਨ, ਨੰਗੇ ਚਰਨ ਤੁਰ ਕੇ ਆ ਰਹੇ ਹਨ। ਹਾਂਜੀ। ਇਮ ਸੁਨ ਬੜ ਉਤਸ਼ਾਹ ਬਧਾਵਾ। ਹਾਂਜੀ। ਸਮਨਸ ਚੰਦਨ ਧੂਪ ਤੁਖਾਵਾ। ਤੇ ਸਾਧ ਸੰਗਤ ਜੀ, ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਜਦੋਂ ਮਹਾਰਾਜ ਇਸ ਤਰ੍ਹਾਂ ਆ ਰਹੇ ਹਨ, ਸੰਗਤਾਂ ਨੂੰ ਪਤਾ ਲੱਗਾ, ਸੰਗਤਾਂ ਨੇ ਰਸਤੇ 'ਚ ਫੁੱਲਾਂ ਦੀ ਵਰਖਾ ਕੀਤੀ ਹੈ, ਧੂਪ ਦਿਖਾਈ ਹੈ, ਬੜਾ ਚਾਅ ਕੀਤਾ ਮਾਤਾ ਜੀ। ਹਾਂਜੀ। ਲੇ ਸੰਗ ਸ੍ਰੀ ਗੁਰ ਹਰਗੋਬਿੰਦ। ਹਾਂਜੀ। ਚੱਲੇ ਅਗਾਊ ਜੁਤ ਸਿੱਖ ਬ੍ਰਿੰਦ। ਤੇ ਫਿਰ ਸਿੱਖਾਂ ਨੇ ਪ੍ਰੋਗਰਾਮ ਬਣਾਇਆ ਜੀ। ਕੀ ਜੀ, ਮਹਾਰਾਜ ਮੇਰੇ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬਾਲ ਉਮਰ ਵਿੱਚ ਹਨ। ਕਹਿਣ ਲੱਗੇ ਉਹਨਾਂ ਨੂੰ ਸਾਰਿਆਂ ਨੇ ਨਾਲ ਲਿਆ ਤੇ ਆਪ ਅਗਲਵਾਂਢੀ ਮਹਾਰਾਜ ਨੂੰ ਲੈਣ ਚੱਲੇ ਨੇ ਸਾਰੇ ਜੀ। ਹਾਂਜੀ। ਮਧੁਰ ਪ੍ਰਸਾਦ ਅਧਿਕ ਸੰਗ ਲੀਨਾ। ਤੇ ਖਾਲੀ ਹੱਥ ਨਹੀਂ ਸੰਗਤਾਂ, ਸਾਧ ਸੰਗਤ ਜੀ ਮਹਾਰਾਜ ਜੀ ਦੀ ਹਜ਼ੂਰੀ 'ਚ ਆ ਰਹੀਆਂ, ਮਿੱਠਾ ਪ੍ਰਸ਼ਾਦ ਨਾਲ ਲਿਆ ਜੀ। ਹਾਂਜੀ। ਸ੍ਰੀ ਗੁਰ ਸਮੁਖ ਪਿਆਨੋ ਕੀਨਾ। ਤੇ ਉਸ ਪਾਸੇ ਨੂੰ ਸਾਰੇ ਤੁਰ ਪਏ ਹਨ ਜਿਸ ਪਾਸੇ ਨੂੰ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹੋਏ ਹਨ ਜੀ। ਹਾਂਜੀ। ਪਰਮ ਪ੍ਰੇਮ ਕੇ ਜਾਲ ਫਸਾਏ। ਕਹਿੰਦੇ ਮਾਨੋ ਪਰਮ ਪ੍ਰੇਮ ਦੇ ਜਾਲ ਵਿੱਚ ਫਸੇ ਹੋਏ ਨੇ ਸਾਰੇ ਜੀ। ਹਾਂਜੀ। ਮਾਨੋ ਮੀਨ ਗਨ ਐਂਚਤ ਆਏ। ਸੰਗਤ ਜੀ, ਮਛੁਆਰਾ ਕੀ ਕਰਦਾ, ਜਾਲ ਪਾਉਂਦਾ, ਮੱਛੀਆਂ ਉਹਦੇ 'ਚ ਖਿੱਚੀਆਂ ਆਉਂਦੀਆਂ ਨੇ ਜੀ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਬੈਠੇ ਨੇ, ਮੱਛੀਆਂ ਵਾਂਗ ਜਾਲ ਵਿੱਚ ਫਸੇ ਹੋਏ ਸਿੱਖ, ਜਿਹੜੇ ਪ੍ਰੇਮ ਦੇ ਜਾਲ ਵਿੱਚ ਫਸੇ ਹੋਏ ਸਿੱਖ ਮਹਾਰਾਜ ਵੱਲ ਆਪੇ ਹੀ ਜਾ ਰਹੇ ਨੇ ਜੀ, ਆਪੇ ਹੀ ਜਾ ਰਹੇ ਨੇ। ਕਿੰਨਾ ਚਾਅ ਚੜਿਆ ਜੀ ਸਾਰਿਆਂ ਨੂੰ। ਹਾਂਜੀ। ਪੁਰ ਕੇ ਨਰਗਨ ਸੁਨ ਸਮੁਦਾਏ। ਜਿੱਥੇ ਬਾਬਾ ਜੀ ਨੂੰ ਪਤਾ ਲੱਗਾ, ਮਾਤਾ ਜੀ ਨੂੰ ਪਤਾ ਲੱਗਾ, ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ, ਉੱਥੇ ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਨੂੰ ਵੀ ਪਤਾ ਲੱਗ ਗਿਆ ਜੀ।
ਹਾਂਜੀ। ਦੇਖਨ ਦਰਸ ਗੁਰੂ ਕਹੋ ਧਾਏ। ਫੇਰ ਕੀ ਸੀਗਾ ਜੀ, ਕਵੀ ਸੰਤੋਖ ਸਿੰਘ ਕਹਿੰਦੇ ਧਾਏ ਚਾਅ ਦੇ ਨਾਲ ਦੌੜ ਹੀ ਪਏ ਜੀ ਸਾਰੇ ਉਸ ਪਾਸੇ, ਮਹਾਰਾਜ ਦੇ ਦਰਸ਼ਨ ਕਰੀਏ ਜੀ। ਕਿਉਂ? ਉਹਦਾ ਵੀ ਕਾਰਨ ਸੁਣੋ। ਹਾਂਜੀ। ਜੋ ਨਿਤ ਪ੍ਰਤ ਹਿਤ ਕਰ ਦਰਸੈ ਹੈ। ਸੰਗਤ ਜੀ ਇਹ ਉਹ ਪ੍ਰੇਮੀ ਨੇ ਜਿਹੜੇ ਹਰ ਰੋਜ਼ ਹੀ ਮਹਾਰਾਜ ਦੇ ਦਰਸ਼ਨ ਕਰਦੇ ਹਨ, ਹਰ ਰੋਜ਼ ਹੀ। ਹਾਂਜੀ। ਸੋ ਬਹੁ ਦਿਨ ਮੈਂ ਦਰਸ਼ਨ ਪੈ ਹੈ। ਤੇ ਅੱਜ ਕਈ ਦਿਨਾਂ ਬਾਅਦ ਦਰਸ਼ਨ ਹੋਣ ਲੱਗੇ ਜੀ। ਜਦੋਂ ਕਈ ਦਿਨਾਂ ਬਾਅਦ ਦਰਸ਼ਨ ਹੋਣ ਲੱਗੇ, ਸੰਗਤਾਂ ਨੂੰ ਪਤਾ ਲੱਗਾ ਮਹਾਰਾਜ ਆ ਗਏ ਹਨ। ਅੰਮ੍ਰਿਤਸਰ ਸ਼ਹਿਰ ਦੀਆਂ ਸੰਗਤਾਂ ਤੇ ਭੱਜ ਭੱਜ ਕੇ ਉਸ ਪਾਸੇ ਜਾਣ ਲੱਗ ਪਈਆਂ। ਜਾਣਗੀਆਂ ਕਿਉਂ ਨਹੀਂ? ਸੰਗਤ ਦੀ ਖੇਡ ਹੀ ਐਸੀ ਹੈ ਜੀ। ਗੁਰੂ ਸਾਹਿਬ ਤੇ ਬਹੁਤ ਵੱਡੇ ਨੇ, ਨਾਮ ਦੀ ਕਮਾਈ ਵਾਲੇ ਜੀ, ਭਜਨ ਬੰਦਗੀ ਵਾਲੇ ਜੀ। ਉਹ ਕਿਤੇ ਆ ਜਾਣ ਤੇ ਸੰਗਤਾਂ ਨੂੰ ਚਾਅ ਚੜ ਜਾਂਦਾ ਜੀ। ਹਾਂਜੀ। ਗਏ ਧਾਏ ਕਰ ਚੌਪ ਉਮੰਗੇ। ਸੰਗਤਾਂ ਬੜਾ ਚਾਅ ਮਨ ਵਿੱਚ ਧਾਰਨ ਕਰਕੇ ਤੇ ਦੌੜ ਦੌੜ ਕੇ ਜਾ ਰਹੀਆਂ ਹਨ। ਹਾਂਜੀ। ਰੁਚਿਰ ਉਪਾਏ ਲੈ ਕਰ ਸੰਗੇ। ਤੇ ਕਈ ਤੇ ਫਿਰ ਭੇਟਾਵਾਂ ਵੀ ਨਾਲ ਲੈ ਕੇ ਜਾ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਨੇ। ਹਾਂਜੀ। ਸਭ ਨਰ ਸ੍ਰੀ ਹਰਗੋਬਿੰਦ ਸਾਥ, ਦਰਸੇ ਸਤਿਗੁਰ ਅਰਜਨ ਨਾਥ। ਬਹੁਤ ਸਾਰੀਆਂ ਸੰਗਤਾਂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਲ ਕੇ 2 ਕੋਹ ਦੂਰ ਜਿੱਥੇ ਮਹਾਰਾਜ ਬੈਠੇ ਉਸ ਪਾਸੇ ਨੂੰ ਗਈਆਂ ਜੀ। ਬਹੁਤ ਸਾਰੀਆਂ ਸੰਗਤਾਂ ਜੀ। ਹਾਂਜੀ। ਪਾਇਨ ਜਾਏ ਉਤਾਇਲ ਪਰੇ। ਇੱਕਦਮ ਉਤਾਵਲੇ ਹੋ ਕੇ ਨਾ ਜਿੱਥੇ ਗੁਰੂ ਅਰਜਨ ਸਾਹਿਬ ਬੈਠੇ ਉੱਥੇ ਮਹਾਰਾਜ ਦੇ ਚਰਨਾਂ 'ਚ ਹੀ ਡਿੱਗ ਗਏ ਸਾਰੇ ਜੀ। ਚਾਅ ਬੜਾ ਜੀ। ਸ਼ਬਦ ਪੜ੍ਹਦੇ ਜੀ, ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੇਰ ਮੇਰਾ। ਪਿਰ ਮੇਰਾ। ਨਿਜ ਨਿਜ ਸਭਨ ਅਕੋਰੈ ਧਰੇ। ਸਭ ਨੇ ਆਪੋ ਆਪਣੀਆਂ ਵਸਤੂਆਂ ਭੇਟਾਵਾਂ ਹਜੂਰ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖੀਆਂ। ਸਭਿਨ ਬਿਲੋਚਨ ਕਮਲ ਸਰੀਖੇ। ਸਭ ਨੇ ਆਪਣੇ ਨੈਣਾਂ ਦੇ ਨਾਲ ਮਹਾਰਾਜ ਦੇ ਦਰਸ਼ਨ ਕੀਤੇ। ਨੈਣ ਪਿਆਸੇ ਸਨ ਮਹਾਰਾਜ ਦੇ ਦਰਸ਼ਨਾਂ ਵਾਸਤੇ ਜੀ। ਨੇਤਰ ਪਿਆਸੇ ਹਨ ਮਹਾਰਾਜ ਜੀ ਦੇ ਦਰਸ਼ਨਾਂ ਲਈ। ਉਹ ਰੱਜ ਰੱਜ ਕੇ ਦਰਸ਼ਨ ਕਰ ਰਹੇ ਹਨ ਹੁਣ। ਭਏ ਪ੍ਰਫੁੱਲਿਤ ਰਬ ਗੁਰ ਦੀਖੇ। ਕਹਿੰਦੇ ਫਿਰ ਜਦੋਂ ਮਹਾਰਾਜ ਦੇ ਦਰਸ਼ਨ ਹੋਏ ਨਾ, ਸਿੱਖਾਂ ਦੇ ਨੇਤਰ ਖਿੜ ਗਏ। ਸਾਧ ਸੰਗਤ ਤੋਂ ਕੈਸਾ ਪਿਆਰ ਹੋਏਗਾ ਗੁਰੂ ਅਰਜਨ ਸਾਹਿਬ ਜੀ ਦੇ ਨਾਲ, ਜਿਨ੍ਹਾਂ ਦੇ ਦਰਸ਼ਨ ਕਰਕੇ ਸਿੱਖਾਂ ਦੇ ਨੇਤਰ ਖਿੜ ਗਏ ਹਨ ਜੀ। ਕਿਉਂਕਿ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਭੱਟ ਜੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰਾਂ ਨਾਲ ਦਰਸ਼ਨ ਕਰਿਆ ਕਰੋ, ਬਹੁਤ ਕੁਝ ਮਿਲਦਾ, ਬਹੁਤ ਕੁਝ ਮਿਲਦਾ। ਸਿੱਖਾਂ ਨੂੰ ਚਾਅ ਚੜੇ ਪਏ ਹਨ। ਸਾਡੇ ਮਾਲਕ ਇੰਨੇ ਦਿਨਾਂ ਬਾਅਦ ਆਏ ਹਨ, ਜਾ ਕੇ ਐ ਰੱਜ ਰੱਜ ਕੇ ਦਰਸ਼ਨ ਕੀਤੇ, ਨੇਤਰ ਵੀ ਰੱਜੇ ਜੀ ਫਿਰ ਇਹਨਾਂ ਦੇ ਜੀ। ਹਾਂਜੀ। ਸ੍ਰੀ ਹਰਗੋਬਿੰਦ ਅੰਕ ਬਿਠਾਏ। ਹਰਗੋਬਿੰਦ ਸਾਹਿਬ ਛੋਟੀ ਉਮਰ ਦੇ ਹਨ ਪਰ ਸੁਮੱਤ ਬੜੀ ਹੈ ਜੀ। ਜਦੋਂ ਆਪਣੇ ਪਿਤਾ ਜੀ ਨੂੰ ਨਮਸਕਾਰ ਕੀਤੀ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਗੋਦ 'ਚ ਬਿਠਾਇਆ ਜੀ ਉਹਨਾਂ ਨੂੰ ਜੀ। ਪਿਖਤ ਆਨੰਦ ਬਿਲੰਦ ਬਧਾਏ। ਦੇਖ ਕੇ ਬਹੁਤ ਆਨੰਦ ਵਧਿਆ ਜੀ, ਚਾਉ ਵਧਿਆ ਜੀ। ਹਾਂਜੀ। ਸਾਹਿਬ ਬੁੱਢਾ ਅਰ ਗੁਰਦਾਸ। ਤੇ ਫਿਰ ਸੰਗਤਾਂ ਦੇ ਮੁਖੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਨਾਲ ਹਨ, ਨਾਲ ਹਨ। ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ, ਉਹਨਾਂ ਵੀ ਅੱਗੇ ਹੋ ਕੇ ਦਰਸ਼ਨ ਕੀਤੇ ਜੀ। ਬੂਝੀ ਕੁਸ਼ਲ ਤਿਨਹੋਂ ਕੇ ਪਾਸ। ਗੱਜ ਕੇ ਆਖੋ। ਮਹਾਰਾਜ ਪੁੱਛਦੇ ਆ ਸਭ ਰਾਜੀ ਖੁਸ਼ੀ ਹੈ? ਤੇ ਬਾਬਾ ਬੁੱਢਾ ਜੀ ਹੁਣੀ ਉੱਤਰ ਦਿੰਦੇ ਨੇ, ਹਾਥ ਜੋਰ ਤਬ ਸਕਲ ਬਖਾਨੈ। ਹੱਥ ਜੋੜ ਕੇ ਸਾਰੀ ਗੱਲ ਮਹਾਰਾਜ ਨੂੰ ਦੱਸਦੇ ਹਨ। ਹਾਂਜੀ। ਕਿਰਪਾ ਆਪ ਕੀ ਤੇ ਸੁਖ ਠਾਨੈ। ਹੇ ਸੱਚੇ ਪਾਤਸ਼ਾਹ, ਗੁਰੂ ਨਾਨਕ ਦੀ 5ਵੀਂ ਜੋਤ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਸਭ ਸੁੱਖ ਸਾਂਦ ਹੈ। ਹਾਂਜੀ। ਘਰ ਰਾਵਰ ਕੇ ਅਰ ਸਭ ਥਾਈ। ਆਪ ਜੀ ਦੇ ਘਰ ਵਿੱਚ ਵੀ ਸੁੱਖ ਸ਼ਾਂਤੀ ਹੈ ਤੇ ਸ਼ਹਿਰ ਵਿੱਚ ਵੀ ਸੁੱਖ ਸ਼ਾਂਤੀ ਹੈ ਮਹਾਰਾਜ।
ਹਾਂਜੀ ਕੁਸ਼ਲ ਆਨੰਦ ਰਹੈ ਸਮੁਦਾਈ। ਮਹਾਰਾਜ ਜਿੱਥੇ ਤੁਹਾਡੀ ਮਿਹਰ ਹੋਵੇ ਉੱਥੇ ਰਾਜੀ ਖੁਸ਼ੀ ਰਹਿਣਾ ਸਾਰਿਆਂ ਨੇ। ਹਾਂਜੀ ਪੁਸ਼ਪ ਪ੍ਰਸਾਦ ਸਿੱਖ ਗਨ ਲਿਆਏ। ਮਹਾਰਾਜ ਸਿੱਖ ਫੁੱਲ ਲੈ ਕੇ ਆਏ ਹਨ, ਸਿੱਖ ਪ੍ਰਸਾਦ ਲੈ ਕੇ ਆਏ ਹਨ। ਕਹਿ ਪੁਸਤਕ ਪਰ ਸੋ ਚੜ੍ਹਵਾਏ। ਮਹਾਰਾਜੋ ਪੋਥੀ ਸਾਹਿਬ ਤੇ ਚੜਾ ਦਿੱਤੇ ਨੇ ਜੀ, ਗੁਰਬਾਣੀ ਉੱਤੇ ਚੜਾ ਦਿੱਤੇ ਹਨ ਜੀ। ਇਹ ਜੋ ਕੁਝ ਹੋ ਰਿਹਾ ਨਾ ਤੁਸੀਂ ਸੁਣ ਰਹੇ ਆ, ਇਹ ਸਾਡੇ ਵਾਸਤੇ ਹੈ। ਜੇ ਉਹ ਕੁਝ ਨਾ ਹੁੰਦਾ ਜੋ ਤੁਸੀਂ ਸੁਣ ਰਹੇ ਹੋ, ਜੇ ਇਹ ਕੁਝ ਨਾ ਹੁੰਦਾ ਆਪਾਂ ਅੱਜ ਇੱਥੇ ਨਹੀਂ ਸੀ ਬੈਠੇ ਹੋਣਾ ਜੀ। ਆਪਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦਾ ਆਨੰਦ ਨਹੀਂ ਸੀ ਮਾਣ ਰਹੇ ਹੋਣਾ ਜੀ। ਹਾਂਜੀ ਧੂਪ ਤੁਖਾਵਤ ਸੰਖ ਬਜਾਏ। ਜੈ ਜੈ ਮੰਗਲ ਸ਼ਬਦ ਉਠਾਏ। ਸੰਗਤਾਂ ਵੀ ਧੂਫ ਦਿਖਾਉਂਦੀਆਂ, ਸ਼ੰਖ ਵਜਾਉਂਦੀਆਂ, ਜੈ ਜੈਕਾਰ ਕਰਦੀਆਂ ਉਸ ਜਗ੍ਹਾ ਪਹੁੰਚ ਗਈਆਂ ਜਿੱਥੇ ਮਹਾਰਾਜ ਬੈਠੇ ਹੋਏ ਹਨ ਜੀ। ਇਮ ਸਭ ਹੀ ਜਬ ਮਿਲੇ ਅਗਾਊ। ਇਸ ਤਰੀਕੇ ਨਾਲ ਜਦੋਂ ਸਾਰੀਆਂ ਸੰਗਤਾਂ ਅਗਲਵਾਂਢੀ ਲੈਣ ਵਾਸਤੇ ਆਈਆਂ ਮਹਾਰਾਜ ਨੂੰ, ਮਹਾਰਾਜ ਹੁਣ ਆਪ ਕਿਰਪਾ ਕਰੋ, ਮਹਾਰਾਜ ਆਪਣੀ ਪੁਰੀ ਵਿੱਚ ਚੱਲੋ ਸੱਚੇ ਪਾਤਸ਼ਾਹ। ਹਰਖੇ ਦੋਹ ਦਿਸ਼ ਹੇਰਤ ਭਾਊ। ਦੋਵੇਂ ਪਾਸੇ ਬੜੀਆਂ ਹੀ ਖੁਸ਼ੀਆਂ ਮਨਾਈਆਂ ਗਈਆਂ ਜੀ। ਇੱਕ ਦੂਜੇ ਦਾ ਪਿਆਰ ਵੇਖ ਵੇਖ ਕੇ ਸਭ ਸੰਗਤਾਂ ਆਨੰਦਿਤ ਹੋਈਆਂ ਪਈਆਂ ਜੀ। ਕੀਰਤਨ ਕਰਤ ਸਿੱਖ ਅਗਵਾਈ। ਸਮੁਖ ਸੁਧਾਸਰ ਗਮਨੇ ਜਾਈ। ਫਿਰ ਕੀ ਸੀਗਾ ਜੀ? ਪਾਲਕੀ ਸਾਹਿਬ ਮੋਢਿਆਂ ਤੇ ਰੱਖੀ ਜੀ। ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਸੰਗਤਾਂ ਅੰਮ੍ਰਿਤ ਸਰੋਵਰ ਵਾਲੇ ਪਾਸੇ ਆ ਰਹੀਆਂ, ਸ਼ਬਦ ਪੜ੍ਹ ਰਹੀਆਂ ਜੀ। ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ। ਪਰਮੇਸ਼ਰ ਕਾ ਥਾਨ ਪੋਥੀ, ਪਰਮੇਸ਼ਰ ਕਾ ਥਾਨ। ਤੇ ਬਾਣੀ ਹੈ ਨਾ, ਬਾਣੀ ਲੈ ਕੇ ਆ ਰਹੇ ਆ ਤੇ ਫਿਰ ਸ਼ਬਦ ਪੜ੍ਹਦੀਆਂ ਸੰਗਤਾਂ ਆ ਰਹੀਆਂ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। 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 ਸੰਗਤਾਂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਸਿੱਖ ਸੰਗਤਾਂ ਸਾਰੇ ਸ਼ਬਦ ਪੜ੍ਹਦੇ ਪੋਥੀਆਂ ਨੂੰ ਲੈ ਕੇ ਆ ਰਹੇ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। 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 ਤਿਸ ਜੀਵੜ ਅਵਰ ਨਾ ਕੋਏ, ਤਿਸ ਜੀਵੜ ਅਵਰ ਨਾ ਕੋਏ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਆਪਣੇ ਆਪ ਨੂੰ ਉਸ ਯਾਤਰਾ 'ਚ ਸ਼ਾਮਲ ਕਰ ਲਓ ਜੀ। ਹਾਂਜੀ ਉਸ ਯਾਤਰਾ 'ਚ ਸ਼ਾਮਲ ਕਰ ਲਓ। ਸਿੱਖ ਸੰਗਤਾਂ ਦੇ ਨਾਲ ਅਸੀਂ ਵੀ ਨਾਲ ਹੀ ਨਾਲ ਤੁਰੇ ਆ ਰਹੇ ਹਾਂ। ਕਹਿੰਦੇ ਕੀਰਤਨ ਕਰਤ ਸਿੱਖ ਅਗਵਾਈ। ਅੱਗੇ ਅੱਗੇ ਸਿੱਖ ਕੀਰਤਨ ਕਰਨ ਦੇ। ਸਿੱਖ ਬੜੇ ਚੇਤਨ ਤੇ ਸਿਆਣੇ ਨੇ, ਉਹਨਾਂ ਨੂੰ ਬਾਣੀ ਗੁਰੂ ਦੀ ਯਾਦ ਹੈ, ਢੁਕਵੇਂ ਸ਼ਬਦ ਪੜ੍ਹਨ ਦੇ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਬਾਣੀ ਗੁਰੂ ਗੁਰੂ ਹੈ ਬਾਣੀ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਕੀਰਤਨ ਕਰਦੀਆਂ ਸਿੱਖ ਸੰਗਤਾਂ ਲੈ ਕੇ ਆ ਰਹੀਆਂ ਪੋਥੀਆਂ। ਆਖੋ ਵਾਹਿਗੁਰੂ ਵਾਹਿਗੁਰੂ। ਸਮੁਖ ਸੁਧਾਸਰ ਗਮਨੇ ਜਾਈ।
ਚੌਰ ਟੁਰਤ ਉਤਸ਼ਾ ਬਧਾਵਤ, ਸੰਗਤ ਸਿੱਖ ਸੰਗ ਗੁਰੂ ਸ਼ਬ ਪਾਵਤ। ਤੇ ਸੰਗਤ ਜੀ, ਸਿੱਖ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆ ਰਹੀਆਂ ਨੇ। ਦੋਵੇਂ ਪਾਸੇ ਪਾਲਕੀ ਸਾਹਿਬ ਦੇ ਚੌਰ ਸਾਹਿਬ ਹੋ ਰਿਹਾ ਜੀ। ਸੰਗਤ ਸੰਗ ਗੁਰੂ ਛਬ ਪਾਵਤ। ਸੰਗਤ ਹੋਰ ਵੱਧ ਗਈ ਤੇ ਸੰਗਤਾਂ ਕੋਈ ਮਾਰਨ ਨੂੰ ਪੱਖੀ ਚੱਲਣ ਦਿਆ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਪਿੱਛੇ ਪਿੱਛੇ ਮਹਾਰਾਜ ਸੱਚੇ ਪਾਤਸ਼ਾਹ ਰੇ ਬੜੇ ਹੀ ਫੱਬ ਰਹੇ ਨੇ ਜੀ। ਕੁਝ ਨਾ ਨੇ ਸਿਹਰੇ ਗੁਰੂ ਅਰਜਨ ਸਾਹਿਬ ਜੀ ਦੇ ਗਲ ਵਿੱਚ ਪਾਏ ਨੇ। ਹਾਂਜੀ, ਚਤੁਰ ਘਟੀ ਦਿਨ ਰਹਿਓ ਚੱਲੇ ਹੈ। 4 ਘੜੀਆਂ ਦਿਨ ਰਹਿ ਗਿਆ ਸੀਗਾ ਜੀ। ਅੱਜ ਕੇ ਆਖੋ ਵਾਹਿਗੁਰੂ। ਭਾਵ ਸੋਦਰ ਦੇ ਸਮੇਂ ਤੋਂ ਪਹਿਲਾਂ ਦਾ ਥੋੜਾ ਜਿਹਾ ਸਮਾਂ ਸੀਗਾ ਜੀ। ਹਾਂਜੀ, ਸਿੱਖ ਆਏ ਸਮੁਦਾਏ ਮਿਲੇ ਹੈ। ਬਹੁਤ ਸਿੱਖ ਰਸਤੇ ਵਿੱਚ ਮਿਲ ਰਹੇ ਨੇ ਜੀ। ਹਾਂਜੀ, ਇੱਕ ਦਿਸ਼ ਸੰਖ ਨਫੀਰੀ ਬਾਜਤ। ਇੱਕ ਪਾਸੇ ਸੰਖ ਵੱਜ ਰਹੇ, ਅੱਗੇ ਅੱਗੇ ਨਫੀਰੀਆਂ ਵੱਜ ਰਹੀਆਂ, ਤੂਤੀਆਂ ਵੱਜ ਰਹੀਆਂ ਨੇ ਜੀ। ਲਗ ਦੁੰਧਪ ਮਧੁਰੀ ਘਨ ਲਾਜਤ। ਤੇ ਨਾ ਜੀ, ਜਿਵੇਂ ਬੱਦਲ ਹੁੰਦੇ ਆ, ਬੱਦਲ ਜਿਵੇਂ ਗਰਜਦੇ ਆ, ਉਵੇਂ ਅੱਗੇ ਅੱਗੇ ਨਗਾਰੇ ਵੱਜ ਰਹੇ ਨੇ ਜੀ। ਛੋਟੇ ਨਗਾਰੇ ਵੱਜ ਰਹੇ ਨੇ। ਬੜੀ ਮਧੁਰ ਮਧੁਰ ਧੁਨ ਆ ਰਹੀ ਹੈ ਜੀ। ਟੱਲ ਖੜਕ ਰਹੇ ਜੀ ਅੱਗੇ ਜੀ। ਹਾਂਜੀ, ਸ਼੍ਰੀ ਅਰਜਨ ਸ਼੍ਰੀ ਹਰਗੋਬਿੰਦ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਨਾਲ ਆ ਰਹੇ ਨੇ ਜੀ। ਸ਼ੋਭਤ ਪੋਥਿਨ ਜੁਤ ਸਿੱਖ ਬਰਿੰਦ। ਸਿੱਖ ਸੰਗਤਾਂ ਪੋਥੀ ਸਾਹਿਬਾਨ ਦੇ ਨਾਲ ਹਨ। ਨਗਰ ਕੀਰਤਨ ਨਿਕਲ ਰਿਹਾ, ਬੜਾ ਹੀ ਆਨੰਦ ਆ ਰਿਹਾ ਹੈ ਜੀ। ਹਾਂਜੀ, ਬ੍ਰਹਮਾ ਵਿਸ਼ਨ ਅਮਰ ਇੰਦਰਾਦ। ਹਾਂਜੀ, ਮਾਨੋ ਬੇਦ ਕੀ ਕਰਨ ਮਰਜਾਦ। ਗੱਜ ਕੇ ਆਖੋ ਵਾਹ। ਕਹਿੰਦੇ ਜਿਵੇਂ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਇੰਦਰ ਵੇਦਾਂ ਦਾ ਸਤਿਕਾਰ ਕਰਦੇ, ਮਰਿਆਦਾ ਕਰ ਰਹੇ ਆ ਨਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਆਪਣੀ ਬਾਣੀ ਦਾ ਸਤਿਕਾਰ ਕਰ ਰਹੇ ਨੇ ਜੀ। ਗੁਰੂ ਜੀ ਦੀ ਬਾਣੀ ਦਾ ਜੀ। ਹਾਂਜੀ, ਇਕੱਠੇ ਹੋਏ ਉਤਸ਼ਾਹਤ ਚਾਲੇ। ਉਤਸ਼ਾਹ ਬੜਾ ਜੀ ਸੰਗਤਾਂ ਵਿੱਚ, ਬਹੁਤ ਉਤਸ਼ਾਹ ਹੈ ਜੀ। ਹਾਂਜੀ, ਨਗਰ ਸੁਧਾਸਰ ਬੈਕੁੰਠ ਆਲੇ। ਕਹਿਣ ਲੱਗੇ ਮਾਨੋ ਫਿਰ ਕੋਲ ਵੀ ਬਾਣੀ ਹੈ ਜਿਹੜੀ ਸੱਚਖੰਡ ਚੋਂ ਹੀ ਆਈ ਹੈ, ਤੇ ਸਾਹਮਣੇ ਹਰਮੰਦਰ ਸਾਹਿਬ ਉਹ ਵੀ ਸੱਚਖੰਡ ਹੀ ਹੈ ਕਹਿਣ ਲੱਗੇ। ਤੇ ਕੋਲ ਰੱਬ ਨਾਲ ਤੁਰਿਆ ਆ ਰਿਹਾ ਜੀ। ਕਿੰਨੇ ਵੱਡੇ ਭਾਗ ਜੀ ਉਹਨਾਂ ਦੇ ਜੀ। ਹਾਂਜੀ, ਖਾਸਾ ਫੂਲ ਮਾਲ ਜੁਤ ਆਗੇ। ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਜੀ। ਫੁੱਲਾਂ ਦੀਆਂ ਮਾਲਾਵਾਂ ਦੇ ਨਾਲ ਜੀ। ਹਾਂਜੀ, ਸ਼੍ਰੀ ਗੁਰ ਜੁਤ ਸਿੱਖ ਪਾਤਸ਼ਾਹ ਲਾਗੇ। ਸੱਚੇ ਪਾਤਸ਼ਾਹ ਸੰਗਤਾਂ ਦੇ ਵੱਡੇ ਇਕੱਠ ਨਾਲ ਪਿੱਛੇ ਪਿੱਛੇ ਆ ਰਹੇ ਹੈ। ਇੱਕ ਇਕੱਠ ਵੱਡਾ ਕੀਰਤਨ ਵਾਲਾ ਅੱਗੇ ਅੱਗੇ ਹੈ। ਜੈ ਜੈ ਸ਼ਬਦ ਕਰਤ ਚਲ ਜਾਹੀ। ਹਾਂਜੀ, ਪਹੁੰਚਤ ਭਏ ਜਾਏ ਕਰ ਪਾਹੀ। ਕੱਟ ਕੇ ਆਖੋ। ਤੇ ਜੈ ਜੈਕਾਰ ਕਰਦੇ 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 ਸਾਧ ਸੰਗਤ ਜੀ ਸਰੋਵਰ ਦੇ ਪਾਸ ਪਹੁੰਚ ਗਏ ਸਾਰੇ ਜੀ। ਅਸਲ ਵਿੱਚ ਇਉਂ ਵੀ ਮੈਂ ਕਹਿ ਸਕਦਾ ਹਾਂ, ਬਾਣੀ ਆਪਣੇ ਅਸਲੀ ਘਰ ਵਿੱਚ ਆ ਗਈ ਹੈ ਜੀ। ਅਸਲੀ ਘਰ ਚ ਆਈ ਹੈ ਜੀ। ਸੁਧਾ ਸਰੋਵਰ ਪੂਰਬ ਪਾਸੇ। ਹੁਣ ਮਹਾਰਾਜ ਵਿਚਾਰ ਕਰਕੇ ਕਿ ਪੋਥੀਆਂ ਨੂੰ ਸਭ ਤੋਂ ਪਹਿਲਾਂ ਕਿੱਥੇ ਸੁਭਾਏਮਾਨ ਕਰਨਾ ਹੈ ਜੀ। ਤੇ ਸੰਗਤ ਜੀ ਸੁਣਿਓ, ਸਰੋਵਰ ਦੇ ਪੂਰਬ ਵਾਲੇ ਪਾਸੇ ਜਿੱਥੇ ਦੁੱਖ ਭੰਜਨੀ ਬੇਰੀ ਹੈ ਜੀ। ਹਾਂਜੀ, ਥੜਾ ਨਾਮ ਅਬ ਲੱਗੋ ਪ੍ਰਕਾਸ਼ੇ। ਕਹਿਣ ਲੱਗੇ ਉੱਥੇ ਥੜਾ ਬਣਿਆ ਹੋਇਆ ਜਿਹੜਾ ਅੱਜ ਤੱਕ ਬਣਿਆ ਜੀ। ਕਵੀ ਜੀ ਲਿਖਦੇ ਜੀ, ਜਿਹਨੂੰ ਆਪਾਂ 860 ਤੀਰਥ ਕਹਿੰਦੇ ਆ ਜੀ। ਸਿੱਖੋ ਪ੍ਰੇਮ ਨਾਲ ਜਾ ਕੇ ਉੱਥੇ ਸਿਰ ਰੱਖਿਆ ਕਰੋ ਉਸ ਜਗ੍ਹਾ ਤੇ ਜੀ। ਹਾਂਜੀ, ਤਹਾਂ ਸਥਾਪਿਤ ਕਰ ਪੋਥੀਨ। ਹਜੂਰ ਮਹਾਰਾਜ ਨੇ ਪੋਥੀ ਸਾਹਿਬ ਦੀ ਜਿਹੜੀ ਪਾਲਕੀ ਹੈ ਸਭ ਤੋਂ ਪਹਿਲਾਂ ਉਸ ਥੜੇ ਤੇ ਸਥਾਪਿਤ ਕੀਤੀ ਜੀ। ਦਰਬਾਰ ਸਾਹਿਬ ਵਿੱਚ ਬਾਣੀ ਆਈ ਹੈ, ਮੈਂ ਸਮਝਦਾ ਇਹ ਵੀ ਬਾਣੀ ਸਰੀਰ ਕਰਕੇ ਆਈ ਹੈ ਜੀ। ਤੇ ਸਭ ਤੋਂ ਪਹਿਲਾਂ ਥੜਾ ਸਾਹਿਬ ਤੇ ਸੁਭਾਏਮਾਨ ਕੀਤੀ ਗਈ ਜੀ 860 ਤੀਰਥ ਤੇ ਜੀ। ਟਿਕੇ ਨਿਕਟ ਗੁਰ ਆਨੰਦ ਭੀਨ। ਪੋਥੀਆਂ ਸੁਭਾਏਮਾਨ ਕਰਕੇ ਤੇ ਗੁਰੂ ਅਰਜਨ ਦੇਵ ਮਹਾਰਾਜ ਲਾਗੇ ਬੈਠ ਗਏ ਜੀ। ਸ਼ਾਮ ਦਾ ਸਮਾਂ ਹੋ ਗਿਆ, ਸੂਰਜ ਡੁੱਬ ਗਿਆ ਜੀ। ਹਾਂਜੀ, ਮੰਗਤ ਜਨ ਸੁਨ ਕਰ ਚੱਲ ਆਏ। ਮੰਗਣ ਵਾਲੇ ਸੁਣ ਕੇ ਆ ਗਏ ਵੀ ਗੁਰੂ ਅਰਜਨ ਦੇਵ ਮਹਾਰਾਜ ਆ ਗਏ ਹਨ ਸੱਚੇ ਪਾਤਸ਼ਾਹ।
ਹਾਂਜੀ। ਮਨ ਬਾਂਸ਼ਤ ਸਭ ਹਿਨ ਤਬ ਤੇ ਪਾਏ। ਜੋ ਜਿਸ ਨੇ ਮੰਗਿਆ ਸਤਿਗੁਰੂ ਨੇ ਉਹੋ ਹੀ ਦਿੱਤਾ ਜੀ ਫਿਰ ਉਹਨੂੰ ਜੀ। ਕੁਝ ਸਮੇਂ ਇਹੋ ਜਿਹੇ ਸੁਹਾਵਣੇ ਤੇ ਭਾਗਾਂ ਵਾਲੇ ਹੁੰਦੇ ਸੰਗਤ ਜੀ, ਉਦੋਂ ਬੰਦਾ ਜੋ ਮੰਗੇ ਉਹਨੂੰ ਮਿਲ ਜਾਂਦਾ ਹੈ ਜੀ। ਸਮੇਂ ਦੀ ਗੱਲ ਹੈ ਨਾ। ਅਧਿਕ ਭੀਰ ਸਤਿਗੁਰ ਢਿਗ ਹੋਈ। ਲਓ ਜੀ, ਜਿਹੜੀਆਂ ਸੰਗਤਾਂ ਰਹਿ ਗਈਆਂ ਉਹ ਵੀ 8-60 ਤੀਰਥ ਤੇ ਆ ਗਈਆਂ ਜੀ। ਬਹੁਤ ਸੰਗਤਾਂ ਜੀ, ਬਹੁਤ ਸੰਗਤਾਂ 8-60 ਤੀਰਥ ਦੇ ਕੰਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਆ ਗਈਆਂ ਜੀ। ਬਹੁਤ ਸੰਗਤਾਂ ਜੀ। ਦਰਸ਼ਨ ਕਰ ਗਮਨਤ ਸਭ ਕੋਈ। ਲਾਈਨ ਲੱਗ ਗਈ ਜੀ ਦਰਸ਼ਨ ਕਰਨ ਵਾਲਿਆਂ ਦੀ ਜੀ। ਦਰਸ਼ਨ ਕਰ ਰਹੇ ਨੇ ਤੇ ਦਰਸ਼ਨ ਕਰ ਕਰਕੇ ਜਾ ਰਹੇ ਹਨ। ਹਾਂਜੀ। ਬਹੁਤ ਪ੍ਰਸਾਦ ਲਿਆਏ ਵਰਤਾਵਾ। ਬੜਾ ਪ੍ਰਸ਼ਾਦ ਵੀ ਵਰਤਿਆ ਜੀ। ਕੋਈ ਫਲ ਵਰਤ ਰਹੇ, ਕੜਾ ਪ੍ਰਸ਼ਾਦ ਵਰਤ ਰਹੇ ਜੀ। ਸਭ ਹਿਨ ਕੇ ਮਨ ਆਨੰਦ ਛਾਵਾ। ਮਨ ਚ ਆਨੰਦ ਛਾ ਗਿਆ ਵੀ ਅੱਜ ਤੋਂ ਬਾਅਦ ਬਾਣੀ ਦਾ ਰਲਾ ਨਹੀਂ ਹੋਏਗਾ ਜੀ। ਹਾਂਜੀ। ਸੰਧਿਆ ਕਰ ਸਤਿਗੁਰ ਤਿਸ ਥਾਨੂ। ਸੰਧਿਆ ਦਾ ਸਮਾਂ ਮਹਾਰਾਜ ਫਿਰ ਉਸ ਜਗ੍ਹਾ ਬੈਠੇ ਰਹੇ। 100 ਦਰ ਦਾ ਪਾਠ ਉੱਥੇ ਕੀਤਾ ਜੀ। ਸੰਧਿਆ ਕਰਨ ਦਾ ਮਤਲਬ ਕੀ ਹੁੰਦਾ ਭਲਾ? ਗੱਜ ਕੇ ਆਖੋ ਵਾਹਿਗੁਰੂ। ਸੰਧਿਆ ਕਰਨ ਦਾ ਮਤਲਬ ਇਹ ਹੁੰਦਾ ਵੀ 100 ਦਰ ਦਾ ਪਾਠ ਕਰਨਾ ਜੀ। ਪਾਠ ਕਰਨਾ, ਬਾਣੀ ਪੜ੍ਹਨੀ ਜੀ। ਸੰਧਿਆ ਉੱਥੇ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ। ਬ੍ਰਿਧ ਸਾਥ ਤਬ ਬਾਕ ਬਖਾਨੂ। ਜਦੋਂ 100 ਦਰ ਦਾ ਪਾਠ ਹੋ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਜੀ, ਆਪ ਰਹੋ ਪੁਸਤਕ ਕੇ ਪਾਸ। ਬਾਬਾ ਜੀ ਪੋਥੀਆਂ ਦੇ ਲਾਗੇ ਤੁਸਾਂ ਰਹਿਣਾ। ਕਹਿਣ ਲੱਗੇ ਕਿਉਂ? ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਜੀ। ਹਰ ਇੱਕ ਬੰਦੇ ਦੀ ਡਿਊਟੀ ਨਹੀਂ ਉੱਥੇ ਲੱਗ ਸਕਦੀ ਜੀ। ਲੇਕਰ ਅਪਰ ਸਾਥ ਗਨ ਦਾਸ। ਤੁਹਾਡੀ ਮਰਜ਼ੀ ਹੈ। ਮਹਾਰਾਜ ਕਹਿਣ ਲੱਗੇ ਜਿੰਨੇ ਮਰਜ਼ੀ ਸੇਵਕ ਲਓ ਤੇ ਰਾਤ ਇੱਥੇ ਪਹਿਰਾ ਦੇਣਾ ਤੁਸਾਂ। ਕਹਿਣ ਲੱਗੇ ਬਾਬਾ ਜੀ ਤੋਂ ਵੱਧ ਸਿਆਣਾ ਕੋਈ ਨਹੀਂ ਜਿਹੜਾ ਇਹ ਕੰਮ ਬਖੂਬੀ ਨਿਭਾ ਸਕੇ ਸੰਗਤ ਜੀ। ਜਾਗਰਨ ਕਰੋ ਸਿਮਰ ਸਤਨਾਮ। ਮਹਾਰਾਜ ਨੇ ਹੁਕਮ ਕੀਤਾ ਰਾਤ ਕਿਸੇ ਨੇ ਸੌਣਾ ਨਹੀਂ। ਕਹਿਣ ਲੱਗੇ ਰੈਣ ਸਬਾਈ ਕਰਨੀ ਹੈ। ਜਿਹੜੀ ਪਹਿਲੀ ਰੈਣ ਸਬਾਈ ਹੈ ਨਾ ਉਹ ਵੀ 8-60 ਤੀਰਥ ਤੇ ਹੋਈ ਹੈ ਜੀ। ਪਹਿਲੀ ਰੈਣ ਸਬਾਈ ਪੋਥੀਆਂ ਦੇ ਨਾਲ ਜੀ। ਹਾਂਜੀ। ਕੀਰਤਨ ਹੋਏ ਸੋ ਚਾਰੋਂ ਜਾਮ। ਮਹਾਰਾਜ ਕਹਿਣ ਲੱਗੇ ਰਾਤ ਦੇ ਚਾਰੇ ਪੈਰ ਹੀ ਕੀਰਤਨ ਹੋਵੇ ਇੱਥੇ। ਕਹਿਣ ਲੱਗੇ ਰਾਤ ਦੇ ਚਾਰੇ ਪੈਰ। ਅੱਜ ਵੀ ਗੁਰਮੁਖ ਪਿਆਰੇ ਰੈਣ ਸਬਾਈ ਕਰਦੇ ਆ। ਸਾਰੀ ਰਾਤ ਕੀਰਤਨ ਚੱਲਦਾ ਹੈ। ਮਹਾਰਾਜ ਕਹਿਣ ਲੱਗੇ ਸਾਰੀ ਰਾਤ ਕੀਰਤਨ ਚੱਲੇਗਾ ਇੱਥੇ। ਹਾਂਜੀ। ਸ਼੍ਰੀ ਹਰਗੋਬਿੰਦ ਕੋ ਲੈ ਸਾਥ। ਹਾਂਜੀ। ਨਮੋ ਕੀਨ ਸ਼੍ਰੀ ਅਰਜਨ ਨਾਥ। ਤੇ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਮਹਾਰਾਜ ਨੇ ਪੋਥੀਆਂ ਨੂੰ ਨਮਸਕਾਰ ਕੀਤੀ ਜੀ। ਹਾਂਜੀ। ਉਠਤ ਪ੍ਰਦਸ਼ਨਾ ਦਿਸ਼ ਕਹੁ ਆਏ। ਫਿਰ ਉੱਠ ਕੇ ਪਰਕਰਮਾ ਵਿੱਚ ਆ ਗਏ ਮਹਾਰਾਜ ਜੀ। ਸ਼ਾਮ ਦਾ ਸਮਾਂ ਉਰੋਂ ਕਿਹੜੇ ਪੱਥਰ ਲੱਗੇ। ਪੁਰਾਣੇ ਸਮੇਂ 'ਚ ਸੁਰਤ ਲੈ ਜਾਓ ਆਪਣੀ ਜੀ। ਕੱਚੀ ਪਰਕਰਮਾ ਹੈ। ਮਹਾਰਾਜ ਪਰਕਰਮਾ 'ਚ ਤੁਰੇ ਜਾਂਦੇ ਜੀ। ਸਿੱਖ ਸੰਗਤਾਂ ਨਾਲ ਹਨ। ਪੌਰ ਦਰਸ਼ਨੀ ਸੀਸ ਨਿਵਾਏ। ਤੇ ਕਈ ਦਿਨਾਂ ਬਾਅਦ ਹਰਿਮੰਦਰ ਸਾਹਿਬ ਆਏ। ਨਮਸਕਾਰ ਤੇ ਕਰਨੀ ਸੀਗੀ ਜੀ। ਦਰਸ਼ਨੀ ਦਰਵਾਜ਼ੇ ਅੱਗੇ ਸਿਰ ਝੁਕਾਇਆ ਜੀ। ਵੇਖੋ ਅਸੀਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਅੱਜ ਅੰਦਰ ਆਪਾਂ ਸਿਰ ਨਵਾਉਂਦੇ ਨਹੀਂ। ਸਾਧ ਸੰਗਤ ਕੱਲੀ ਇਹ ਗੱਲ ਨਹੀਂ ਹੈਗੀ। ਉਦੋਂ ਕਿਹੜਾ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਪਰ ਹਰਿਮੰਦਰ ਸਾਹਿਬ ਦੀ ਬਿਲਡਿੰਗ ਵੀ ਪੂਜਣੇ ਯੋਗ ਹੈ। ਬਿਲਡਿੰਗ ਵੀ ਪੂਜਣੇ ਯੋਗ ਹੈ। ਦਰਸ਼ਨੀ ਦਰਵਾਜ਼ੇ ਨੂੰ ਵੇਖ ਕੇ ਮਹਾਰਾਜ ਨੇ ਸਿਰ ਨਵਾਇਆ ਜੀ। ਅੰਦਰ ਬਾਰ ਹਰ ਮੰਦਰ ਗਏ। ਪੁੱਲ ਤੇ ਤੁਰੇ ਮਹਾਰਾਜ ਹਰਿਮੰਦਰ ਦੇ ਅੰਦਰ ਗਏ ਜੀ। ਚਤੁਰ ਪ੍ਰਦਸ਼ਨਾ ਫਿਰ ਤਹਿ ਦਏ। ਨਮਸਕਾਰ ਕੀਤੀ ਪਿਤਾ ਜੀ ਦਾ ਧਿਆਨ ਧਾਰ ਕੇ ਤੇ 4 ਪਰਕਰਮਾ ਕੀਤੀਆਂ ਜੀ ਉੱਥੇ ਜੀ। ਖਰੇ ਹੋਏ ਕਰ ਸ੍ਰੀ ਦਰਬਾਰ। ਹਾਥ ਜੋੜ ਕਰ ਬਿਨੈ ਉਚਾਰ। ਹੱਥ ਜੋੜ ਕੇ ਅਰਦਾਸ ਕੀਤੀ ਜੀ ਉੱਥੇ ਖਲੋ ਕੇ। ਫਿਰ ਮਹਾਰਾਜ ਨੇ ਜੀ
ਅੰਦਰ ਤੇ ਕੋਈ ਵੀ ਨਹੀਂ ਹੈਗਾ ਜੀ। ਪਰ ਨਹੀਂ, ਹਰਮੰਦਰ ਸਾਹਿਬ ਇਹੋ ਜੀ ਥਾਂ ਹੈ ਅੰਦਰ ਵਾਲੀ, ਜਿੱਥੇ ਹਰ ਸਮੇਂ ਕਰਤਾ ਪੁਰਖ ਜੀ ਦਾ ਪ੍ਰਕਾਸ਼ ਰਹਿੰਦਾ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਏ ਚਾਹੇ ਨਾ ਹੋਵੇ, ਅੰਦਰ ਪ੍ਰਕਾਸ਼ ਰਹਿੰਦਾ ਹੈ ਜੀ ਉੱਥੇ। ਹਾਂਜੀ। ਨਮਸਕਾਰ ਕਰਕੇ ਬਹੁ ਭਾਊ, ਹਟੇ ਬਹੁਰ ਜਨ ਪ੍ਰੇਮ ਸੁਭਾਊ। ਨਮਸਕਾਰ ਕੀਤੀ ਮਹਾਰਾਜ ਨੇ, ਫਿਰ ਵਾਪਸ ਆਏ ਮਹਾਰਾਜ। ਸ੍ਰੀ ਹਰਗੋਬਿੰਦ ਸੰਗ ਸੁਹਾਏ। ਹਰਗੋਬਿੰਦ ਸਾਹਿਬ ਨਾਲ, ਹਾਂਜੀ, ਛੋਟੀ ਉਮਰੇ। ਹਾਂਜੀ। ਮੰਦ ਮੰਦ ਆਪਣੇ ਘਰ ਆਏ। ਸਹਿਜੇ ਸਹਿਜੇ ਚੱਲ ਕੇ ਮਹਾਰਾਜ ਕਿੱਥੇ ਆਏ ਜੀ? ਗੁਰੂ ਕੇ ਮਹਿਲ ਆਏ ਜੀ। ਹਾਂਜੀ। ਦਾਸੀ ਦਾਸ ਆਨ ਲੱਗ ਪਾਏ। ਦਾਸੀਆਂ ਦਾਸ ਜਿਹੜੇ ਘਰ 'ਚ ਸੇਵਾ ਕਰਦੇ ਸਨ, ਉਹਨਾਂ ਮਹਾਰਾਜ ਨੂੰ ਫਿਰ ਨਮਸਕਾਰ ਕੀਤੀ ਜੀ। ਬੂਝੀ ਕੁਸ਼ਲ ਗੁਰੂ ਰਸ ਪਾਗੇ। ਵੇਖੋ ਮਹਾਰਾਜ ਕਿਸੇ ਬੰਦੇ ਦਾ ਹਿਰਦਾ ਨਹੀਂ ਦਿਖਾਉਂਦੇ ਜੀ। ਹਰ ਇੱਕ ਨੂੰ ਪੁੱਛਦੇ, ਤੂੰ ਰਾਜੀ ਆ ਭਾਈ, ਤੂੰ ਰਾਜੀ ਆ ਭਾਈ। ਜਿਹਨੂੰ ਮਹਾਰਾਜ ਹਾਲ ਚਾਲ ਪੁੱਛ ਲੈਂਦੇ ਨਾ ਜੀ, ਉਹ ਖੁਸ਼ ਹੋ ਜਾਂਦਾ ਜੀ। ਤੇ ਹੋਰ ਸੁਣੋ, ਜਿਸ ਵੱਲ ਗੁਰੂ ਅਰਜਨ ਦੇਵ ਮਹਾਰਾਜ ਥੋੜਾ ਜਿਹਾ ਤਿਰਛਾ ਵੀ ਵੇਖ ਕੇ ਮੁਸਕਰਾ ਪੈਂਦੇ ਆ ਨਾ, ਉਹ ਉੱਥੇ ਬੈਠਾ ਹੀ ਖੁਸ਼ ਹੋਈ ਜਾਂਦਾ ਜੀ। ਮਹਾਰਾਜ ਨੇ ਮੇਰੇ ਵੱਲ ਵੇਖਿਆ ਸੀਗਾ, ਹੈ ਮਹਾਰਾਜ ਨੇ ਮੇਰੇ ਵੱਲ ਵੇਖ ਕੇ ਮੁਸਕਰਾਇਆ ਸੀਗਾ ਸੱਚੇ ਪਾਤਸ਼ਾਹ ਜੀ ਨੇ, ਉਹ ਉੱਥੇ ਹੀ ਖੁਸ਼ ਹੋ ਜਾਂਦਾ ਜੀ। ਤੇ ਜਿਹਨੂੰ ਮਹਾਰਾਜ ਪੁੱਛ ਲੈਂਦੇ ਨਾ, ਤੇਰਾ ਕੀ ਹਾਲ ਚਾਲ ਹੈ, ਉਹ ਤੇ ਬਾਗੋ ਬਾਗ ਹੀ ਹੋ ਜਾਂਦਾ ਸੀਗਾ ਜੀ। ਵੀ ਮਹਾਰਾਜ ਨੇ ਸਾਰੀਆਂ ਸੰਗਤਾਂ ਵਿੱਚ ਮੈਨੂੰ ਬੁਲਾਇਆ, ਮੇਰਾ ਹਾਲ ਚਾਲ ਪੁੱਛਿਆ। ਹਾਂਜੀ। ਤੇ ਜਿਹੜੇ ਸਿੱਖ ਨਾਲ ਨਾਲ ਤੁਰਦੇ ਸੀ ਨਾ, ਉਹਨਾਂ ਦੀ ਟਟੌਰ ਹੀ ਬੜੀ ਹੁੰਦੀ ਸੀਗੀ ਜੀ, ਵੀ ਅਸੀਂ ਮਹਾਰਾਜ ਦੇ ਨਾਲ ਨਾਲ ਰਹਿੰਦੇ ਹਾਂ। ਹਾਂਜੀ। ਅੰਤਰ ਪ੍ਰਵਿਸ਼ੇ ਉੱਠ ਸ਼੍ਰੀ ਗੰਗਾ। ਮਹਾਰਾਜ ਗੁਰੂ ਕੇ ਮਹਿਲ ਦੇ ਅੰਦਰ ਆਏ ਜੀ। ਮਾਤਾ ਗੰਗਾ ਜੀ ਵੇਖ ਕੇ ਉੱਠ ਕੇ ਖਲੋ ਗਏ, ਮੱਥਾ ਟੇਕਿਆ ਮਾਤਾ ਗੰਗਾ ਜੀ ਨੇ ਮਹਾਰਾਜ ਨੂੰ। ਆਨ ਲੱਗੀ ਪਾਇਨ ਕੇ ਸੰਗਾ। ਐ ਚਰਨਾਂ ਨੂੰ ਨਮਸਕਾਰ ਕੀਤੀ ਜੀ ਮਹਾਰਾਜ ਜੀ ਦੇ। ਸੁੱਤ ਕੋ ਲੇ ਭਰਿਅੰਕ ਪਰ ਬੈਸੇ। ਵੇਖੋ ਦੋ ਗੱਲਾਂ ਨੇ ਸੰਗਤ ਜੀ, ਦੋ ਗੱਲਾਂ ਗੱਜ ਕੇ ਆਖੋ ਵਾਹਿਗੁਰੂ। ਇੱਕ ਤੇ ਮਹਾਰਾਜ ਗੁਰੂ ਨੇ ਜੀ, ਗੁਰ ਪਰਮੇਸ਼ਰ ਨੇ। ਦੂਜਾ, ਇਸਤਰੀ ਨੂੰ ਅਧਿਕਾਰ ਹੈ ਆਪਣੇ ਪਤੀ ਨੂੰ ਪਰਮੇਸ਼ਰ ਕਹਿਣ ਦਾ ਜੀ। ਹਾਂਜੀ। ਮਾਤਾ ਗੰਗਾ ਜੀ ਦੋਵਾਂ ਰੂਪਾਂ ਨਾਲ ਹੀ ਨਮਸਕਾਰ ਕਰਦੇ ਜੀ। ਗੁਰ ਪਰਮੇਸ਼ਰ ਵੀ ਹੈ, ਉਹਨਾਂ ਦੇ ਆਪ ਪਤੀ ਪਰਮੇਸ਼ਰ ਵੀ ਨੇ ਜੀ। ਆਖੋ ਧੰਨ ਮਾਤਾ ਗੰਗਾ ਜੀ। ਧੰਨ ਮਾਤਾ ਗੰਗਾ ਜੀ। ਸਿੱਖਾਂ ਦੇ ਤੇ ਗੁਰ ਪਰਮੇਸ਼ਰ ਨੇ ਨਾ, ਤੇ ਮਾਤਾ ਗੰਗਾ ਜੀ ਦੇ ਗੁਰ ਪਰਮੇਸ਼ਰ ਵੀ ਨੇ ਤੇ ਪਤੀ ਪਰਮੇਸ਼ਰ ਵੀ ਨੇ ਜੀ। ਮਾਤਾ ਗੰਗਾ ਜੀ ਨੇ ਨਮਸਕਾਰ ਕੀਤੀ ਹੈ। ਹਾਂਜੀ। ਸੁੱਤ ਕੋ ਲੇ ਭਰਿਅੰਕ ਪਰ ਬੈਸੇ। ਮਹਾਰਾਜ ਆਪਣੇ ਸਾਹਿਬਜ਼ਾਦਾ ਜੀ ਨੂੰ ਨਾਲ ਲੈ ਕੇ ਪਲੰਗੇ ਤੇ ਬੈਠ ਗਏ ਜੀ। ਰਾਮਚੰਦ ਕੋ ਦਸ਼ਰਥ ਜੈਸੇ। ਹਾਂ, ਕਹਿਣ ਲੱਗੇ ਜਿਵੇਂ ਦਸ਼ਰਥ ਜੀ ਰਾਮਚੰਦਰ ਜੀ ਨਾਲ ਪਿਆਰ ਕਰਦੇ, ਉਵੇਂ ਹੈ ਸਾਰੀ ਖੇਡ। ਹਾਂਜੀ। ਮਾਤੁਲ ਪਤਨੀ ਕੇ ਸੰਦੇਸ਼। ਇਹ ਮਹਾਰਾਜ ਨੇ ਫਿਰ ਮਾਤਾ ਗੰਗਾ ਜੀ ਨੂੰ ਦੱਸਿਆ ਵੀ ਸਾਡੇ ਮਾਮਾ ਜੀ ਬਾਬਾ ਮੋਹਰੀ ਜੀ ਦੇ ਪਤਨੀ, ਉਹ ਤੁਹਾਨੂੰ ਰਾਮ ਸਤ ਕਹਿੰਦੇ ਸਨ। ਹਾਂਜੀ। ਅਪਰ ਵਾਰਤਾ ਬਿਤੀ ਅਸ਼ੇਸ਼। ਹੋਰ ਗੱਲਬਾਤ ਜਿਹੜੀ ਹੋਈ ਉਹ ਸਾਰੀ ਦੱਸੀ ਜੀ। ਸਨੇ ਸਨੇ ਗੰਗਾ ਕੇ ਸ਼੍ਰੋਨ। ਕੀਨ ਸੁਨਾਵਤ ਗੁਰਮੁਖ ਸੁਖ ਪਾਉਨ। ਮਹਾਰਾਜ ਹੌਲੀ ਹੌਲੀ ਮਾਤਾ ਗੰਗਾ ਜੀ ਨੂੰ ਸਾਰਾ ਕੁਝ ਦੱਸ ਰਹੇ। ਪਹਿਲਾਂ ਅਸੀਂ ਇੱਥੇ ਗਏ, ਬਾਬਾ ਮੋਹਰੀ ਜੀ ਨੇ ਕੀ ਆਖਿਆ, ਕਿਹੜੀ ਬਾਣੀ ਉਚਾਰੀ, ਜਿਵੇਂ ਜਿਵੇਂ ਹੋਇਆ ਉਹ ਸਾਰੀ ਗੱਲ ਮਾਤਾ ਗੰਗਾ ਜੀ ਨੂੰ ਸੁਣਾਈ ਜੀ। ਤਬ ਗੰਗਾ ਮਨ ਆਨੰਦ ਪਾਏ। ਮਾਤਾ ਗੰਗਾ ਜੀ ਬਹੁਤ ਆਨੰਦ ਵਿੱਚ ਆਏ ਜੀ। ਹਾਂਜੀ। ਨਿਕਟ ਬੈਠ ਭੋਜਨ ਅਚਵਾਏ। ਪ੍ਰਸ਼ਾਦਾ ਤਿਆਰ ਕਰਾਇਆ ਤੇ ਕੋਲ ਬੈਠ ਕੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ ਜੀ। ਹਾਂਜੀ। ਨਿਜ ਕਰਤੇ ਠਾਨਤ ਬਹੁ ਸੇਵਾ। ਬੜੇ ਦਿਨਾਂ ਬਾਅਦ ਐਸਾ ਮੌਕਾ ਬਣਿਆ ਜੀ, ਮਾਤਾ ਜੀ ਹੱਥੀਂ ਪ੍ਰਸ਼ਾਦਾ ਮਹਾਰਾਜ ਨੂੰ ਛਕਾਉਂਦੇ, ਪ੍ਰਸ਼ਾਦਾ ਦਿੰਦੇ, ਮਹਾਰਾਜ ਦੇ ਹੱਥਾਂ ਤੇ ਰੱਖਦੇ ਆ। ਤੇ ਵੇਖੋ ਭਾਗ ਹੈ ਨਾ, ਨੇੜਤਾ ਮਿਲੀ ਮਹਾਰਾਜ ਦੀ। ਗੱਜ ਕੇ ਆਖੋ ਵਾਹਿਗੁਰੂ। ਉਦਾਸ ਨੇ ਤੇ ਅੱਗੇ ਬੇਨਤੀ ਕੀਤੀ ਤੁਹਾਨੂੰ ਸੀ ਵੀ ਜੇ ਕਿਸੇ ਵੱਲ ਟੇਢਾ ਵੀ ਮਹਾਰਾਜ ਵੇਖਦੇ ਸੀ ਨਾ, ਤਿਰਛਾ,
ਉਹ ਵੀ ਬਾਗੋ ਬਾਗ ਹੋ ਜਾਂਦਾ ਸੀਗਾ ਵੀ ਮੇਰੇ ਵੱਲ ਵੇਖਿਆ ਜੀ। ਤੇ ਜਿਹੜੇ ਇੰਨਾ ਨੇੜਲਾ ਸੰਬੰਧ ਹੈ, ਕਿੰਨੇ ਭਾਗਾਂ ਵਾਲੇ ਹੋਣਗੇ ਮਾਤਾ ਜੀ। ਮਹਿਮਾ ਜਾਣੈ ਸ੍ਰੀ ਗੁਰਦੇਵਾ। ਮਾਤਾ ਜੀ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣਦੇ ਨੇ ਵੀ ਇਹ ਆਪ ਪਰਮੇਸ਼ਰ ਹਨ। ਸੁਪਤ ਹੇਤ ਪਰਯੰਕ ਅਰੂਢੇ। ਸੋ ਆਰਾਮ ਕਰਨ ਵਾਸਤੇ ਰਾਤ ਦੇ ਆਸਣ ਲੱਗੇ ਜੀ। ਇੱਕ ਪਰ ਹਰਗੋਬਿੰਦ ਗੁਣ ਗੂਢੇ। ਇੱਕ ਆਸਣ ਹਰਗੋਬਿੰਦ ਜੀ ਦਾ ਲੱਗਾ ਜੀ। ਹਾਂਜੀ। ਸੁਖ ਸੋ ਸੈਨ ਕਰੀ ਨਿਸਮਾਹੀ। ਰਹੀ ਜਾਮ ਜਾਗੇ ਗੁਣ ਗ੍ਰਾਹੀ। ਸੋ ਉਧਰ ਤੇ ਮਹਾਰਾਜ ਤੇ ਰਾਤ ਆਰਾਮ ਕਰ ਰਹੇ ਆ। ਚਲੋ ਗੁਰੂ ਸਾਹਿਬ ਜਾਗਦੇ ਹੀ ਆ ਜੀ ਸਦਾ। ਜਿੱਦਣ ਗੁਰੂ ਜੀ ਆਰਾਮ ਕਰਨ ਲੱਗ ਪਏ ਸਾਡਾ ਕੀ ਬਣੇਗਾ ਜੀ। ਮਹਾਰਾਜ ਤੇ ਸਦਾ ਹੀ ਜਾਗਦੇ। ਸਤਿਗੁਰ ਜਾਗਤਾ ਹੈ ਦਿਓ। ਪਰ ਦੂਸਰੇ ਪਾਸੇ ਇੱਕ ਰਸ ਚਾਰ ਪੈਰ ਲਗਾਤਾਰ ਕੀਰਤਨ ਹੋ ਰਿਹਾ ਤੇ ਕੀਰਤਨ ਕਰਨ ਵਾਲਿਆਂ ਵਿੱਚ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਹਨ ਜੀ। ਰੈਣ ਸਬਾਈ ਹੋਈ ਜੀ, ਰੈਣ ਸਬਾਈ ਜੀ। ਤੇ ਅਰਦਾਸ ਕਰਿਓ ਜੀ ਮਹਾਰਾਜ ਦੇ ਚਰਨਾਂ 'ਚ। ਮਹਾਰਾਜ ਸਾਨੂੰ ਕਿਤੇ ਮੌਕਾ ਬਖਸ਼ਣ, ਇੱਕ ਰਾਤ 8-60 ਤੀਰਥ ਤੇ ਸਾਨੂੰ ਜ਼ਰੂਰ ਬਖਸ਼ਣ ਮਹਾਰਾਜ। ਅਰਦਾਸ ਕਰਿਓ, ਮੇਰੀ ਵੀ ਕਰਿਓ ਤੇ ਆਪਣੀ ਵੀ ਕਰਿਓ ਜੀ। ਜਿੱਥੇ ਰਾਤ ਜਾਗ ਕੇ ਬਾਬਾ ਬੁੱਢਾ ਜੀ ਜੈਸਿਆਂ ਨੇ ਕੀਰਤਨ ਕੀਤਾ ਹੋਵੇ, ਉੱਥੇ ਅੱਜ ਵੀ ਉਹ ਵਾਈਬ੍ਰੇਸ਼ਨ ਹਨ ਜੀ। ਹਰਿਮੰਦਰ ਸਾਹਿਬ ਐਸਾ ਅਸਥਾਨ ਹੈ ਸਾਧ ਸੰਗਤ ਜੀ, ਜਿੱਥੋਂ ਕਦੀ ਵੀ ਵਾਈਬ੍ਰੇਸ਼ਨ ਗਾਇਬ ਨਹੀਂ ਹੁੰਦੀਆਂ ਜੀ। ਉੱਥੇ ਸਦਾ ਹੀ ਅਧਿਆਤਮਕ ਦੀਆਂ ਵਾਈਬ੍ਰੇਸ਼ਨਸ, ਤਰੰਗਾਂ ਜਿਹੜੀਆਂ ਨੇ ਨਾ, ਉਹ ਸਦਾ ਹੀ ਮੌਜੂਦ ਨੇ ਜੀ। ਕਿਸੇ ਵੇਲੇ ਵੀ ਬੰਦਾ ਧਿਆਨ ਜੋੜ ਕੇ ਚੌਂਕੜਾ ਮਾਰ ਕੇ ਬਹਿ ਜੇ, ਗੁਰੂ ਜੀ ਦੀ ਮਿਹਰ ਹੋ ਜਾਂਦੀ ਜੀ ਉੱਥੇ। ਸਤ ਚੇਤਨ ਆਨੰਦ ਸਰੂਪਾ। ਮਹਾਰਾਜ ਗਰੀਬ ਨਵਾਜ ਇੱਧਰ ਅੰਮ੍ਰਿਤ ਵੇਲੇ ਜਾਗੇ ਜੀ। ਸਤ ਚਿਤ ਆਨੰਦ, ਸਤ ਸੁਹਾਣ ਸਦਾ ਮਨ ਚਾਓ। ਉਸ ਰੂਪ ਵਿੱਚ ਮਹਾਰਾਜ ਨੇ ਧਿਆਨ ਲਾਇਆ ਜੀ। ਤਿਸ ਮੈਂ ਨਿਸ਼ਚਲ ਬ੍ਰਿਤੀ ਅਨੂਪਾ। ਪ੍ਰਥਮ ਸੌਚ ਕਰਕੇ ਮਨ ਪਾਵਨ। ਪੁਨਹੁ ਕੀਨ ਜਨ ਲੈ ਰੁੱਧ ਧਾਵਨ। ਸੁਚਮ ਇਸ਼ਨਾਨ ਕੀਤਾ, ਦਾਤਣ ਕੀਤੀ ਮਹਾਰਾਜ ਨੇ ਗੁਰੂ ਕੇ ਮਹਿਲਾਂ ਵਿੱਚ। ਕੂਪ ਨੀਰ ਤੇ ਮੱਜਨ ਠਾਨ। ਖੂਹ ਦੇ ਜਲ ਨਾਲ ਇਸ਼ਨਾਨ ਕੀਤਾ ਜੀ। ਖੂਹ ਦੇ ਜਲ ਅੱਜ ਵੀ ਹੈਗਾ ਜੀ ਉੱਥੇ ਖੂਹ। ਗੁਰੂ ਕੇ ਮਹਿਲ ਵਿੱਚ ਖੂਹੀ ਹੈਗੀ ਜੀ ਇੱਕ। ਹਾਂਜੀ। ਪੁੰਨ ਦੁਖ ਭੰਜਨ ਕੀਨ ਇਸ਼ਨਾਨ। ਫਿਰ ਮਹਾਰਾਜ ਚੱਲ ਕੇ ਆਏ ਜੀ ਤੇ ਦੁੱਖ ਭੰਜਨੀ ਬੇਰੀ ਆ ਕੇ ਇਸ਼ਨਾਨ ਕੀਤਾ ਜੀ ਮਹਾਰਾਜ ਨੇ। ਹਾਂਜੀ। ਥੜੇ ਜਾਏ ਬੈਠੇ ਸੁਖ ਪਾਉਨ। ਕੀਰਤਨ ਹੋ ਰਿਹਾ ਹੈ ਤੇ ਮਹਾਰਾਜ ਅੰਮ੍ਰਿਤ ਵੇਲੇ ਥੜਾ ਸਾਹਿਬ ਜਾ ਕੇ ਹੀ ਬੈਠ ਗਏ ਜੀ, ਸੁੱਖਾਂ ਦੇ ਘਰ। ਹਾਂਜੀ। ਅਜੱਪਾ ਜਾਪ ਜਪਿਓ ਕਰ ਮੌਨ। ਚੁੱਪ ਰਹਿ ਕੇ ਵਾਹਿਗੁਰੂ ਦਾ ਨਾਮ ਜਪਿਆ ਜੀ। ਅਜੱਪਾ ਜਾਪ। ਅਸੀਂ ਕੋਸ਼ਿਸ਼ ਕਰਾਂਗੇ 2-4 ਮਿੰਟ ਜਪ ਲਵਾਂਗੇ। ਧਿਆਨ ਨਾ ਸੁਣਿਓ, ਸ਼ਬਦ ਬੜਾ ਵਧੀਆ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਅਜੱਪਾ ਜਾਪ ਮਹਾਰਾਜ ਨੇ ਕੀਤਾ ਜੀ। ਮੁੱਖ ਨਹੀਂ ਹਿੱਲ ਰਿਹਾ, ਅੰਦਰ ਜਾਪ ਸ਼ੁਰੂ ਹੈ ਜੀ। ਇਹਦਾ ਭਾਵ ਕੀ ਹੈ ਸੰਗਤ ਜੀ? ਆਖੋ ਵਾਹਿਗੁਰੂ ਵਾਹਿਗੁਰੂ। ਤੁਸੀਂ ਕਹੋ ਅਸੀਂ ਅਜੱਪਾ ਜਾਪ। ਅਜੱਪਾ ਜਾਪ ਦਾ ਮਤਲਬ ਸਮਝਣਾ ਪਹਿਲਾਂ। ਜ਼ੋਰ ਨਹੀਂ ਲਾਉਣਾ ਪੈ ਰਿਹਾ, ਬਿਨਾਂ ਜਪਿਆਂ ਹੀ ਜਾਪ ਹੋ ਰਿਹਾ ਹੈ ਜੀ। ਵਿਰਲੇ ਵਿਰਲੇ ਸਰੀਰਾਂ ਨੂੰ ਇਹ ਕਿਰਪਾ ਹੁੰਦੀ ਜੀ। ਦਸਵੇਂ ਪਾਤਸ਼ਾਹ ਲਿਖਦੇ ਅਜੱਪਾ ਜਪ ਹੈ, ਅਥੱਪਾ ਥੱਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ। ਅਜੱਪਾ ਜਪ। ਬਹੁਤ ਕੋਈ ਸਿਮਰਨ ਕਰੇ ਨਾ, ਬਹੁਤ ਜ਼ਿਆਦਾ, ਦਿਨ ਰਾਤ ਮੋਰਚਾ ਲਾਵੇ, ਫਿਰ ਮਹਾਰਾਜ ਉਹਦੇ ਤੇ ਕਿਰਪਾ ਕਰਦੇ ਆ। ਉਹ ਕੰਮ ਕਰੇ, ਤੁਰੇ ਫਿਰੇ, ਉਹਦੇ ਅੰਦਰ ਜਾਪ ਚਾਲੂ ਹੀ ਰਹਿੰਦਾ ਜੀ। ਬਿਨਾਂ ਮੁਖ ਹਿਲਾਇਆ, ਬਿਨਾਂ ਜੀਭ ਹਿਲਾਇਆ ਜੀ।
ਉਂਝ ਤੁਸੀਂ ਯਤਨ ਕਰੋ ਵੀ ਅਸੀਂ ਕਰੀਏ 5-7 ਮਿੰਟ ਜਪਾਂਗੇ। ਹਾਂਜੀ, ਉਹਦੇ ਤੋਂ ਬਾਅਦ ਫਿਰ ਧਿਆਨ ਜਿਹੜਾ ਉਹ ਕਿਸੇ ਨਾ ਕਿਸੇ ਕੰਮ 'ਚ ਪੈ ਜਾਣਾ ਜੀ। ਮਹਾਰਾਜ ਬੈਠੇ ਨੇ, ਅੰਦਰ ਅਜੱਪਾ ਜਾਪ ਚੱਲ ਰਿਹਾ ਜੀ, ਪਰਮੇਸ਼ਰ ਦਾ ਭਜਨ ਚੱਲ ਰਿਹਾ। ਵਾਹਿਗੁਰੂ 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 ਅੰਦਰ ਚੱਲ ਰਿਹਾ ਹੈ ਜੀ। ਮਹਾਰਾਜ ਬੈਠ ਗਏ ਨੇਤਰ ਬੰਦ ਕਰਕੇ। ਹਾਂਜੀ, ਪੁੰਨ ਪ੍ਰਾਚੀ ਦਿਸ਼ ਪੀ ਅਰਨਾਈ, ਫਿਰ ਪੂਰਬ ਵਾਲੇ ਪਾਸਿਓਂ ਸੂਰਜ ਦੀ ਲਾਲੀ ਨਿਕਲੀ ਜੀ। ਹਾਂਜੀ, ਤਿਮਰ ਨਸਿਓ ਚਟਕਾ ਚਹਕਾਈ, ਹਨੇਰਾ ਦੂਰ ਹੁੰਦਾ ਜਾ ਰਿਹਾ ਜੀ ਹੌਲੀ ਹੌਲੀ ਜੀ, ਤੇ ਚਟਕਾ ਚਹਕਾਈ, ਚਿੜੀਆਂ ਚਹਿਕਣ ਲੱਗ ਪਈਆਂ ਜੀ। ਹਾਂਜੀ, ਦਰਬਾਰ ਸਾਹਿਬ ਤੇ ਚਿੜੀਆਂ ਦੇ ਦਰਸ਼ਨ ਹੁੰਦੇ ਸੀਗੇ ਜੀ, ਅਸਲੀ ਜੀ, ਚਿੜੀਆਂ ਚਹਿਕਣ ਲੱਗ ਪਈਆਂ ਜੀ। ਹਾਂਜੀ, ਕਮਲ ਬਿਲੋਚਨ ਬਿਕਸੇ ਦੋਈ, ਮਹਾਰਾਜ ਨੇ ਸਹਿਜੇ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ। ਉੱਠੇ ਪ੍ਰਭੂ ਪ੍ਰਭਾਤ ਲਖ ਹੋਈ, ਮਹਾਰਾਜ ਨੇ ਵੇਖਿਆ ਪ੍ਰਭਾਤ ਹੋ ਗਈ, ਦਿਨ ਚੜ ਗਿਆ, ਮਹਾਰਾਜ ਉੱਠ ਗਏ ਜੀ। ਹਾਂਜੀ, ਵੱਡੀ ਪਰਕਰਮਾ ਫਿਰ ਕਰ ਆਏ, ਫਿਰ ਵੱਡੀਆਂ ਪਰਕਰਮਾ ਕਰਕੇ ਮਹਾਰਾਜ ਆਏ ਜੀ। ਹਾਂਜੀ, ਪੌਰ ਦਰਸ਼ਨੀ ਸੀਸ ਨਿਵਾਏ, ਦਰਸ਼ਨੀ ਦਰਵਾਜ਼ੇ ਤੇ ਸਿਰ ਝੁਕਾਇਆ ਜੀ। ਇਹ ਗੱਲਾਂ ਨੋਟ ਕਰਿਆ ਕਰੋ, ਹਰਿਮੰਦਰ ਸਾਹਿਬ ਆਪਾਂ ਜਾਂਦੇ ਆ, ਇਹ ਗੱਲਾਂ ਨੋਟ ਕਰਨੀਆਂ ਜੀ। ਪੁੰਨ ਹੈ ਜਾਏ ਦਰਬਾਰ ਸੋ ਬੰਦੇ, ਫਿਰ ਦਰਬਾਰ ਸਾਹਿਬ ਨਮਸਕਾਰ ਕੀਤੀ ਜੀ। ਚਤੁਰ ਪ੍ਰਦਰਸ਼ਨਾ ਕੀਨ ਆਨੰਦੇ, ਅੰਦਰ 4 ਪਰਿਕਰਮਾਵਾਂ ਕੀਤੀਆਂ ਮਹਾਰਾਜ ਨੇ, ਬੜੇ ਆਨੰਦ ਨਾਲ, ਬੜੇ ਸਹਿਜ ਨਾਲ, ਬੜੇ ਟਿਕਾਓ ਨਾਲ ਜੀ। ਇਮ ਦਰਸ਼ਨ ਕਰ ਫਿਰ ਪੁੰਨ ਆਏ, ਫਿਰ ਮਹਾਰਾਜ ਦਰਸ਼ਨ ਕਰਕੇ ਫਿਰ ਉੱਥੇ ਹੀ ਆ ਗਏ ਜੀ। ਬੈਠ ਥੜੇ ਪਰ ਗੁਰੂ ਸੁਹਾਏ, ਮਹਾਰਾਜ ਥੜੇ ਦੇ ਉੱਤੇ ਬੈਠ ਗਏ, ਫੱਬਣ ਲੱਗ ਪਏ। ਹਾਂਜੀ, ਮਾਨੋ ਸ਼ੰਭੂ ਥਿਤ ਗਿਰ ਕੈਲਾਸ਼ਾ, ਸੁਰਜਿਮ ਸਿੱਖ ਬਸੇ ਚੌ ਪਾਸਾ। ਮਾਨੋ ਕਹਿੰਦੇ ਆ ਵੀ ਬਹੁਤ ਜਿਵੇਂ ਵੱਡਾ ਦੇਵਤਾ ਸ਼ੰਭੂ ਹੈ, ਉਹ ਬੈਠਦੇ ਨੇ ਤੇ ਬਾਕੀ ਗਣ ਲਾਗੇ ਬਹਿੰਦੇ ਆ। ਮਹਾਰਾਜ ਬੈਠੇ, ਸਿੱਖ ਸੰਗਤਾਂ ਬੈਠੀਆਂ ਹਨ, ਦੀਵਾਨ ਲੱਗਾ, ਕੀਰਤਨ ਦਾ ਭੋਗ ਪਿਆ। ਹੁਣ ਇਹਦੇ ਤੋਂ ਅੱਗੇ ਕਿਵੇਂ ਰਾਮਸਰ ਸਾਹਿਬ ਵਾਲੇ ਪਾਸੇ ਜਾਂਦੇ ਮਹਾਰਾਜ। ਮਹਾਨ ਕਾਰਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦਾ, ਮਹਾਰਾਜ ਜੀ ਦੀ ਸੰਪਾਦਨਾ ਦਾ ਕਰਦੇ ਨੇ, ਉਹ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਆਓ 2-4 ਮਿੰਟ ਸੁਰਤ ਨੂੰ ਟਿਕਾਓ, ਸਾਵਧਾਨ ਹੋਵੋ, ਕੋਈ ਰਸਨਾਬਾਜ਼ੀ ਨਾ ਰਹੇ, ਸਿਮਰਨ ਵਿੱਚ ਧਿਆਨ ਜੋੜੀਏ। ਮਹਾਰਾਜ ਦੇ ਅੰਦਰ ਕਿਵੇਂ ਅਜੱਪਾ ਜਾਪ ਚੱਲ ਰਿਹਾ, ਬਿਨਾਂ ਕਰਨ ਤੋਂ ਹੀ। ਇਹ ਜਦੋਂ ਕੋਈ ਬਹੁਤ ਜਪਦਾ ਹੈ ਨਾ, ਫਿਰ ਉਹਦੀ ਅਵਸਥਾ ਬਣਦੀ ਹੈ। ਪਹਿਲਾਂ ਨਹੀਂ, ਜਦੋਂ ਕੋਈ ਬਹੁਤ ਜਾਪ ਕਰਦਾ ਉਹਦੀ ਅਵਸਥਾ ਬਣਦੀ ਹੈ। ਮਹਾਰਾਜ ਕਿਰਪਾ ਕਰਨ, ਮਿਹਰ ਕਰਨ। ਲਓ ਹੁਣ ਆਲਸ ਨਹੀਂ ਕਰਨਾ ਜੀ, ਕੰਧ ਨਾਲੋਂ ਢੋ ਲਾ ਲਓ ਜੀ। ਹਾਂਜੀ, ਲਾ ਲਓ ਨਹੀਂ, ਲਾ ਲਓ, ਹਾਂ, ਦੂਰ ਕਰ ਲਓ ਢੋ, ਲੱਕ ਸਿੱਧੇ ਕਰੋ ਤੇ ਗੁਰਮੰਤਰ ਦਾ ਜਾਪ ਜਪੋ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰਨ ਕਿਰਪਾ ਕਰਨ ਤਤ ਤੇ ਸਹਿਜ ਟਿਕਾਓ ਹੈ। ਤੁਸੀਂ ਸੁਣ ਰਹੇ ਹੋ ਸਾਰੇ ਕਾਰਜ ਮਹਾਰਾਜ ਕਰ ਰਹੇ ਹੈ, ਪਰ ਨਾਮ ਨਹੀਂ ਵਿਸਰਦਾ ਜੀ। ਸਹਿਜ ਬੜਾ ਟਿਕਾਓ ਬੜਾ ਜੀ। ਤੁਸੀਂ ਸੁਣਿਆ ਦੋ ਪਹਿਲਾਂ ਵੀ ਜਦੋਂ ਮਹਾਰਾਜ ਰੁਕੇ ਨੇਤਰ ਬੰਦ ਕਰਕੇ ਧਿਆਨ ਲਾ ਲਿਆ ਜੀ। ਹਾਂਜੀ ਕੰਮ ਸਾਰੇ ਹੋਣ ਜੀ, ਪਰ ਸਾਰੇ ਕੰਮ ਕਰਦਿਆਂ ਕਰਦਿਆਂ ਨਾਮ ਨਾ ਵਿਸਰੇ ਜੀ। ਇੱਕ ਕਹਾਵਤ ਹੈ ਜੀ, ਕਹਾਵਤ ਨਹੀਂ ਬੋਲਾ ਸਾਡਾ ਜੀ। ਲੋ ਲੰਗਰ ਤਪਦੇ ਰਹਿਣ, ਸਿੱਖ ਸੰਗਤਾਂ ਛਕਦੀਆਂ ਰਹਿਣ, ਛਕਦਿਆਂ ਛਕਾਉਂਦਿਆਂ ਆਪ ਜੀ ਦਾ ਪਵਿੱਤਰ ਨਾਮ ਚੇਤਾ ਸ੍ਰੀ ਵਾਹਿਗੁਰੂ ਚਿੱਤ ਆਵੇ। ਨਾਮ ਚਿੱਤ ਆਉਣਾ ਚਾਹੀਦਾ ਹੈ। ਸਾਰੇ ਕੰਮ ਮਹਾਰਾਜ ਕਰਦੇ, ਪਰ ਜਦੋਂ ਨਿਯਮ ਹੋ ਜਾਂਦਾ ਪਰਮੇਸ਼ਰ ਦੀ ਬੰਦਗੀ ਦਾ, ਮਹਾਰਾਜ ਉਦੋਂ ਹੀ ਬਹਿ ਜਾਂਦੇ ਜੀ। ਮਹਾਰਾਜ ਸਾਡੇ ਤੇ ਮਿਹਰ ਕਰਨ, ਭੁੱਲਾਂ ਦੀ ਮਾਫੀ ਬਖਸ਼ਿਓ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਅਨਸ ਸਹਿਜ ਸੁਭਾਏ